ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ SMC ਗੁਰਮਤਿ ਕਲਾਸ USA ਵਿੱਚ ਆਪ ਜੀ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਨਾਲ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਹਾਜ਼ਰ ਹਨ, ਹਰ ਮੰਗਲਵਾਰ ਦੀ ਤਰ੍ਹਾਂ। ਅੱਜ ਉਹਨਾਂ ਦਾ ਵਿਸ਼ਾ ਹੈ ਮਨ ਦੀ ਚਿੰਤਾ ਤੇ ਚਿੰਤਾ ਤੋਂ ਆਨੰਦ। ਬਹੁਤ ਹੀ ਅਹਿਮ ਵਿਸ਼ਾ ਹੈ। ਲਗਭਗ ਬਹੁ ਗਿਣਤੀ ਸਾਡੇ ਜੀਵਾਂ ਦੀ ਚਿੰਤਾ ਦੇ ਵਿੱਚ ਹੀ ਰਹਿੰਦੀ ਹੈ। ਚਿੰਤਾ ਕਿਉਂ ਹੈ, ਚਿੰਤਾ ਦੇ ਕੀ ਕਾਰਨ ਹਨ, ਇਹ ਅਸੀਂ ਲਗਭਗ ਜਾਣਦੇ ਵੀ ਹਾਂ, ਲੇਕਿਨ ਜਾਣਦੇ ਹੋਏ ਵੀ ਅਣਜਾਣੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਅੱਜ ਦਾ ਇਹ ਸਬਜੈਕਟ ਹੈ ਸਾਡਾ ਮਨ ਦੀ ਚਿੰਤਾ ਅਤੇ ਆਨੰਦ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਵੀਰ ਜੀ ਸਾਡੇ ਨਾਲ ਹਾਜ਼ਰ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਵਿਸ਼ਾ ਸ਼ੁਰੂ ਕਰਨ, ਚਿੰਤਾ ਤੋਂ ਆਨੰਦ ਤੱਕ ਦਾ ਸਫ਼ਰ ਕਿਵੇਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਦੇ ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਦੀ ਚਿੰਤਾ ਕੀ ਹੈ ਔਰ ਆਨੰਦ ਕਿਵੇਂ ਜ਼ਿੰਦਗੀ 'ਚ ਆਏਗਾ, ਇਸ ਸੰਬੰਧੀ ਅੱਜ ਦੀ ਅਸੀਂ ਵਿਚਾਰ ਆਰੰਭ ਕਰਨ ਜਾ ਰਹੇ ਹੈਗੇ ਹਾਂ। ਔਰ ਗੁਰਬਾਣੀ ਦੇ ਵਿੱਚ ਇਸ ਪ੍ਰਥਾਏ ਬਹੁਤ ਸਾਰੇ ਪ੍ਰਮਾਣ ਅਕਸਰ ਅਸੀਂ ਪੜ੍ਹਦੇ ਹਾਂ, ਉਹਨਾਂ ਦੇ ਅਰਥ ਵੀ ਪੜ੍ਹ ਲੈਂਦੇ ਹਾਂ, ਪਰ ਇਹਨੂੰ ਥੋੜਾ ਜਿਹਾ ਡੀਪ ਜਾਣਾ ਪਏਗਾ, ਥੋੜਾ ਡੂੰਘਾ ਜਾ ਕੇ ਸਮਝਣਾ ਪਏਗਾ, ਤਾਂ ਹੀ ਥੋੜੀ ਜਿਹੀ ਸਾਨੂੰ ਇਹਦੇ ਬਾਰੇ ਨੌਲੇਜ ਮਿਲੇਗੀ ਕਿ ਇਹਦਾ ਐਂਗਲ ਕੀ ਹੈਗਾ ਇਸ ਗੱਲ ਨੂੰ ਸਮਝਣ ਦਾ। ਜਿਸ ਦਿਨ ਐਂਗਲ ਸਮਝ ਆ ਗਿਆ, ਜਾਂ ਕਹਿ ਲਓ ਮੈਥਡ ਫੰਡਾ ਸਮਝ ਆ ਗਿਆ, ਉਦੋਂ ਸਾਰੇ ਹੀ ਵਿਚਾਰ ਸਾਨੂੰ ਆਟੋਮੈਟਿਕਲੀ ਜਿਵੇਂ ਜਿਵੇਂ ਬਾਣੀ ਪੜਾਂਗੇ ਸਮਝ ਆਂਦੀ ਜਾਏਗੀ। ਸਭ ਤੋਂ ਪਹਿਲਾਂ ਤੇ ਅੱਜ ਦੁਨੀਆ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਇਸ ਤੇਜ਼ ਰਫ਼ਤਾਰ ਦੁਨੀਆ ਨਾਲ ਬਰਾਬਰ ਮਿਲ ਕੇ ਚੱਲਣ ਵਾਸਤੇ ਮਨੁੱਖ ਵੀ ਬੜੀ ਤੇਜ਼ੀ ਨਾਲ ਦੌੜ ਰਿਹਾ ਹੈ। ਇਸੇ ਲਈ ਮਨੁੱਖ ਜਿਹੜਾ ਲੈਂਡਲਾਈਨ ਫੋਨ ਤੇ ਮਿਲਦਾ ਹੀ ਨਹੀਂ ਹੈ, ਉਹਦੇ ਨਾਲ ਮੋਬਾਈਲ ਫੋਨ ਤੇ ਗੱਲ ਕਰਨੀ ਪੈ ਰਹੀ ਹੈ, ਔਰ ਮੋਬਾਈਲ ਫੋਨ ਤੇ ਦੌੜਦਿਆਂ ਦੌੜਦਿਆਂ ਗੱਲ ਹੋ ਰਹੀ ਹੈ। ਤੇ ਦੌੜਦਿਆਂ ਦੌੜਦਿਆਂ ਇੰਨਾ ਵੀ ਸਮਾਂ ਨਹੀਂ ਕਿ ਮਨੁੱਖ ਆਰਾਮ ਨਾਲ ਬੈਠ ਕੇ ਖਾਣਾ ਖਾ ਲਵੇ। ਇਸ ਕਰਕੇ ਫਾਸਟ ਲਾਈਫ ਦੇ ਨਾਲ ਨਾਲ ਫਾਸਟ ਫੂਡ ਵੀ ਸ਼ੁਰੂ ਹੋ ਗਿਆ। ਨਤੀਜਾ ਇਹ ਨਿਕਲਿਆ ਕਿ ਦੌੜ ਭੱਜ ਵਿੱਚੋਂ ਇਹ ਸ਼ਾਂਤੀ ਤੋਂ ਖੁੰਝ ਗਿਆ। ਔਰ ਮਾਨਸਿਕ ਦੁੱਖ ਕਿਸ ਗੱਲ ਦਾ ਹੈ? ਸਿਰਫ ਇੰਨੀ ਕੁ ਗੱਲ ਦਾ ਕਿ ਮਨੁੱਖ ਨੇ ਸੋਚਿਆ ਕੁਛ, ਕੀਤਾ ਕੁਛ, ਹੋਇਆ ਕੁਛ ਤੇ ਮਿਲਿਆ ਕੁਛ। ਮਾਨਸਿਕ ਅਸ਼ਾਂਤੀ ਇਸ ਸਿਰਫ ਇੰਨੀ ਗੱਲ ਦੀ ਹੈ, ਉਹ ਜੋ ਚਾਹੁੰਦਾ ਹੈ ਉਹ ਹੁੰਦਾ ਨਹੀਂ, ਜੋ ਹੁੰਦਾ ਹੈ ਉਹ ਪਾਉਂਦਾ ਨਹੀਂ, ਜੋ ਪਾਉਂਦਾ ਹੈ ਉਹ ਰਹਿੰਦਾ ਨਹੀਂ। ਤੇ ਪਦਾਰਥ ਦੀ ਦੌੜ ਨੇ, ਚਾਹ ਨੇ ਇਹਦਾ ਸਹਿਜ ਵੀ ਖਤਮ ਕਰ ਦਿੱਤਾ। ਸਹਿਜ ਖਤਮ ਹੋ ਗਿਆ। ਰਾਤ ਪਰ ਨੀਂਦ ਨਹੀਂ ਆਉਂਦੀ, ਸਵੇਰੇ ਜਾਗ ਨਹੀਂ ਖੁੱਲਦੀ। ਇੱਥੋਂ ਤੱਕ ਕਿ ਰਾਤ ਸੌਣ ਲੱਗਿਆਂ ਨੀਂਦ ਦੀ ਗੋਲੀ ਖਾਣੀ ਪੈਂਦੀ ਹੈ ਤੇ ਸਵੇਰੇ ਜਾਗਣ ਵਾਸਤੇ ਅਲਾਰਮ ਰੱਖਣੇ ਪੈਂਦੇ ਨੇ। ਔਰ ਜਿਸ ਵੱਡੇ ਸਾਰੇ ਪਲੰਘ ਦੇ ਉੱਪਰ ਡਨਲਪ ਦਾ ਗੱਦਾ ਹੈ, ਡਨਲਪ ਦੇ ਸਰਾਣੇ ਨੇ, ਸਰਾਣੇ ਉੱਪਰ ਸਿਰ ਰੱਖ ਕੇ ਸੁੱਖ ਦੀ ਨੀਂਦ ਸੌਣਾ ਚਾਹੁੰਦਾ ਹੈ, ਉਸ ਸਰਾਣੇ ਥੱਲੇ ਦਵਾਈਆਂ ਦਾ ਢੇਰ ਲੱਗਿਆ ਹੁੰਦਾ ਹੈ। ਮਤਲਬ ਤੇਜ਼ ਰਫ਼ਤਾਰ ਜ਼ਿੰਦਗੀ ਦੇ ਨਾਲ ਨਾਲ ਚਿੰਤਾਵਾਂ ਪੈਦਾ ਹੋ ਗਈਆਂ। ਲੰਘ ਚੁੱਕੇ ਸਮੇਂ ਦਾ ਪਛਤਾਵਾ, ਆਉਣ ਵਾਲੇ ਸਮੇਂ ਦੇ ਮਿਲਣ ਵਾਲੇ ਪਦਾਰਥਾਂ ਦੀ ਚਿੰਤਾ। ਬਸ ਪਾਸਟ ਤੇ ਫਿਊਚਰ, ਇਹਨਾਂ ਦੋਨਾਂ ਦੇ ਵਿਚਕਾਰ ਪਿਸ ਰਿਹਾ ਹੈ। ਲੰਘ ਚੁੱਕੇ ਸਮੇਂ ਦਾ, ਭੂਤਕਾਲ ਦਾ ਪਛਤਾਵਾ, ਭਵਿੱਖ ਦੀ ਚਿੰਤਾ ਇਹਦੇ ਵਰਤਮਾਨ ਨੂੰ ਵੀ ਗਵਾ ਰਹੀ ਹੈ। ਇਸ ਕਰਕੇ ਗੁਰੂ ਜੀ ਨੇ ਬਾਣੀ 'ਚ ਬੜਾ ਪਿਆਰਾ ਭਜਨ ਕੀਤਾ। ਕਹਿਣ ਲੱਗੇ ਜਿਹੜੀ ਚਿੰਤਾ ਹੈ ਨਾ, ਇਹ ਸਿਰਫ ਗਰੀਬਾਂ ਨੂੰ ਹੀ ਨਹੀਂ ਹੈ ਕਿ ਆਉਣ ਵਾਲੇ ਸਮੇਂ ਕੀ ਬਣੇਗਾ, ਲੰਘ ਚੁੱਕਿਆ ਸਮਾਂ ਏਦਾਂ ਲੰਘ ਗਿਆ ਮੇਰਾ। ਸਿਰਫ ਗਰੀਬ ਨੂੰ ਨਹੀਂ, ਅਮੀਰ ਵੀ ਬੜਾ ਚਿੰਤਾਤੁਰ ਹੈ, ਉਹ ਵੀ ਬੜਾ ਦੁਖੀ ਹੈ। ਸਿਰਫ ਗਰੀਬ ਹੀ ਨਹੀਂ, ਅਮੀਰ ਵੀ ਇਸ ਰੋਗ ਵਿੱਚ ਗ੍ਰਸਤ ਨੇ। ਵੱਡੇ ਵੱਡੇ ਜੋ ਦਿਸਿਆ ਲੋਗ, ਤਿਨਕੋ ਵਿਆਪੇ ਚਿੰਤਾ ਰੋਗ। ਸਿਰਫ ਗਰੀਬ ਨਹੀਂ, ਜਿਨ੍ਹਾਂ ਕੋਲ ਪਦਾਰਥ ਹਨ, ਧਨ ਦੌਲਤ, ਜ਼ਮੀਨ ਜਾਇਦਾਦ, ਕਿਸੇ ਚੀਜ਼ ਦੀ ਕਮੀ ਨਹੀਂ, ਚਿੰਤਾ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਹੈ। ਹਾਂ, ਇੰਨੀ ਗੱਲ ਥੋੜੀ ਜਿਹੀ ਸਮਝ ਲਓ, ਚਿੰਤਾ ਦਾ ਮਤਲਬ ਇਹ ਨਹੀਂ ਹੁੰਦਾ
कि किसी चीज बारे सोच विचार करनी ते चिंता बन गई। इदां कह लो कि चिंता एक अलग चीज है, चिंता रोग एक अलग चीज है। मानो मैं पढ़ाई कर रहा, मैनू पता है कल मैं स्पीच करनी है, लैक्चर देने, मैनू चिंता है कि मैं तैयारी कर लवां, मैं कुछ पढ़ लवां, मैं कुछ विचार लवां, मैं कुछ बह के सोच लवां। यह है चिंता। ये चिंता नहीं करांगा ते मैं स्टडी नहीं करांगा, नहीं कर सकांगा, कल नूं मैं की जाके क्लास विच बोलांगा। ਜਾਂ कोई दुकानदार है वो जी चिंता नहीं करेगा कि दुकान च किहड़ा-किहड़ा समान घट गया, मैं लैके आना मैं कल नूं जाके जल्दी शॉपिंग करनी है, दुकान दे विच समान भरने, वो चिंता नहीं करेगा, दुकानदारी नहीं कर सकेगा। एक बिजनेसमैन व्यापार नहीं कर सकेगा। एक घर दा मुखी जिहड़ा जिम्मेवार है वो परिवार नूं चला नहीं सकेगा। ये चिंता है। इस चिंता तो बिना जीवन चलेगा नहीं। एक हुंदी है चिंता, एक हुंदा चिंता रोग। चिंता रोग कदों बनदा है? ਜਦੋਂ ਇੱਕੋ ਹੀ ਵਿਸ਼ੇ ਦੇ ਉੱਪਰ ਬਾਰ-ਬਾਰ ਸੋਚੀ ਜਾਣਾ, ਸੋਚੀ ਜਾਣਾ, ਸੋਚੀ ਜਾਣਾ। ਸਵੇਰ ਤੋਂ ਲੈ ਕੇ ਦੁਪਹਿਰ, ਦੁਪਹਿਰ ਤੋਂ ਸ਼ਾਮ, ਸ਼ਾਮ ਤੋਂ ਰਾਤ ਭਰ ਸੋਚੀ ਚਲੇ ਜਾਣਾ। ਲੰਘ ਚੁੱਕੇ ਸਮੇਂ ਵਿੱਚ ਵੀ, ਆਉਣ ਵਾਲੇ ਸਮੇਂ ਵਿੱਚ ਵੀ, ਬਸ ਹਰ ਪਲ ਸੋਚੀ ਚਲੇ ਜਾਣਾ। ਉਹ ਜਿਹੜੀ ਬਾਰ-ਬਾਰ ਇੱਕੋ ਚੀਜ਼ ਉੱਪਰ ਜਿਹੜੀ ਸੋਚ ਹੈ ਨਾ, ਉਹ ਰੋਗ ਬਣ ਜਾਂਦੀ ਹੈ। ਉਹ ਚਿੰਤਾ ਜਿਹੜੀ ਰੋਗ ਹੋ ਜਾਂਦੀ ਹੈ। ਉਹਦੀਆਂ ਨਿਸ਼ਾਨੀਆਂ ਕੀ ਨੇ ਚਿੰਤਾ ਰੋਗ ਦੀਆਂ? ਕਿਵੇਂ ਪਤਾ ਚੱਲੇ ਵੀ ਮੈਂ ਚਿੰਤਾ ਕਰ ਰਿਹਾ ਕਿ ਚਿੰਤਾ ਰੋਗ ਕਰ ਰਿਹਾ? ਉਹਦੇ ਲਈ ਸਾਡੇ ਕੋਲ ਇੱਕ ਉਦਾਹਰਨ ਹੈ। ਮਾਨੋ ਜਿਵੇਂ ਕੋਈ ਪਾਣੀ ਦਾ ਗਲਾਸ ਭਰ ਕੇ ਆਪਣੇ ਹੱਥ ਦੇ ਉੱਪਰ ਗਲਾਸ ਰੱਖ ਕੇ ਤਲੀ ਤੇ ਆਪਣਾ ਹੱਥ ਦੂਰ ਕਰ ਲਵੇ, ਫੈਲਾ ਲਵੇ ਇਸ ਤਰ੍ਹਾਂ ਹੱਥ ਫੈਲਾ ਲਵੇ ਆਪਣਾ। ਹੁਣ ਉਹਦੇ ਹੱਥ ਦੀ ਤਲੀ ਤੇ ਗਲਾਸ ਪਿਆ, ਉਹ ਕਿੰਨਾ ਕੁ ਚਿਰ ਰੱਖ ਸਕਦਾ ਹੈ? ਕਿੰਨਾ ਕੁ ਪਾਣੀ ਹੋਏਗਾ ਉਹਦੇ ਵਿੱਚ? ਮਸਾਂ ਪਾਈਆ ਕੁ ਹੋਏਗਾ, 250 ਮਿਲੀਲੀਟਰ ਹੋਏਗਾ, ਕਿੰਨਾ ਕੁ ਹੋਏਗਾ? ਹੁਣ ਹੱਥ ਲੰਮਾ ਕਰਕੇ ਹੱਥ ਦੇ ਉੱਪਰ ਗਲਾਸ ਰੱਖ ਦੇਵੇ ਤੇ ਉਹ ਕਿੰਨਾ ਕੁ ਚਿਰ ਰੱਖ ਸਕਦਾ? ਥੋੜਾ ਜਿਹਾ ਤਾਂ ਪਾਣੀ ਹੈ, 250 ਗ੍ਰਾਮ ਵੇਟ ਨਹੀਂ ਚੁੱਕ ਸਕਦਾ। 1 ਮਿੰਟ ਚੁੱਕ ਲਏਗਾ, 2 ਮਿੰਟ ਚੁੱਕ ਲਏਗਾ, 5 ਮਿੰਟ ਚੁੱਕ ਲਏਗਾ। ਉਸ ਤੋਂ ਬਾਅਦ ਕੀ ਹੋਏਗਾ? ਉਸ ਤੋਂ ਬਾਅਦ ਉਹਦੀ ਬਾਂਹ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਏਗਾ। 5 ਤੋਂ 10 ਮਿੰਟ ਹੋ ਗਏ, ਉਹਦੀ ਬਾਂਹ ਪੇਨ ਕਰਨ ਲੱਗ ਜਾਏਗੀ, ਦਰਦ ਹੋ ਜਾਏਗਾ, ਵੱਧ ਜਾਏਗਾ। ਹੋ ਸਕਦਾ ਹੈ ਜੇ 10 ਮਿੰਟ ਤੋਂ ਜ਼ਿਆਦਾ ਇਸੇ ਤਰ੍ਹਾਂ ਹੀ ਰੱਖੇ, ਹੋ ਸਕਦਾ ਕਿ ਉਹਦੀ ਬਾਂਹ ਨੂੰ ਪੈਰਾਲਾਈਜ਼ ਹੋ ਜਾਏ, ਉਹਦੀ ਬਾਂਹ ਆਕੜ ਜਾਏ, ਉਹਦੀ ਬਾਂਹ ਡੈਮੇਜ ਹੋ ਜਾਏ, ਹੋ ਸਕਦਾ ਹੈ। ਕਿਉਂ? ਉਹਨੇ ਜ਼ਿਆਦਾ ਟਾਈਮ ਉਹ ਭਾਰ ਚੁੱਕੀ ਰੱਖਿਆ। ਬਿਲਕੁਲ ਇਸੇ ਤਰ੍ਹਾਂ ਕਿਸੇ ਸਬਜੈਕਟ ਦੇ ਉੱਪਰ ਚਿੰਤਾ ਕਰਨੀ, ਚਿੰਤਾ ਹੈ, ਰੋਗ ਨਹੀਂ। ਆਪਣੀ ਪੜ੍ਹਾਈ ਬਾਰੇ, ਆਪਣੇ ਬੱਚਿਆਂ ਬਾਰੇ ਸੋਚਣਾ, ਆਪਣੀ ਦੁਕਾਨਦਾਰੀ ਬਾਰੇ ਸੋਚਣਾ, ਵਪਾਰ ਬਿਜ਼ਨਸ ਬਾਰੇ ਸੋਚਣਾ, ਥੋੜੇ ਟਾਈਮ ਦੇ ਲਈ ਸੋਚ ਕੇ ਉਹਦਾ ਹੱਲ ਕੱਢ ਲੈਣਾ, ਉਹ ਅਲੱਗ ਚੀਜ਼ ਹੈ, ਉਹ ਚਿੰਤਾ ਹੈ। ਉਹ ਚਿੰਤਾ ਹੀ ਸਾਡਾ ਵਿਕਾਸ ਕਰੇਗੀ। ਚਿੰਤਾ ਨਹੀਂ ਹੋਏਗੀ ਸਾਨੂੰ ਕਿਸੇ ਚੀਜ਼ ਦੀ, ਅਸੀਂ ਵਿਕਾਸ ਨਹੀਂ ਕਰ ਸਕਾਂਗੇ। ਪਰ ਸਾਰੀਆਂ ਚੀਜ਼ਾਂ ਨੂੰ ਛੱਡ ਕੇ, ਸਾਰੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ, ਸਾਰੀਆਂ ਜ਼ਿੰਮੇਵਾਰੀ ਦੀਆਂ ਚਿੰਤਾਵਾਂ ਨੂੰ ਛੱਡ ਕੇ ਕੇਵਲ ਇੱਕ ਖਾਸ ਸਬਜੈਕਟ ਬਾਰੇ ਸੋਚੀ ਜਾਣਾ, ਸੋਚੀ ਜਾਣਾ, ਸੋਚੀ ਜਾਣਾ। ਜਿਵੇਂ ਹੱਥ ਦੇ ਉੱਪਰ ਪਿਆ ਹੋਇਆ ਪਾਣੀ ਦਾ ਗਲਾਸ 10 ਮਿੰਟ, 15 ਮਿੰਟ, 20 ਮਿੰਟ ਬਾਅਦ ਬਾਂਹ ਵਿੱਚ ਦਰਦ ਪੈਦਾ ਕਰ ਦਿੰਦਾ ਹੈ, ਪੈਰਾਲਾਈਜ਼ ਤੱਕ ਹੋ ਜਾਂਦਾ ਹੈ, ਬਾਂਹ ਡੈਮੇਜ ਹੋ ਜਾਂਦੀ ਹੈ। ਉਸੇ ਤਰ੍ਹਾਂ ਉਹ ਜਿਹੜੀ ਸੋਚ ਹੈ ਕਿਸੇ ਖਾਸ ਚੀਜ਼ ਦੀ, ਆਪਣੇ ਦਿਮਾਗ ਦੇ ਉੱਪਰ ਰੱਖੀ ਰੱਖਣੀ, ਸਾਰਾ ਦਿਨ ਇੱਕੋ ਹੀ ਗੱਲ ਸੋਚੀ ਚਲੇ ਜਾਣਾ, ਸੋਚੀ ਚਲੇ ਜਾਣਾ, ਸੋਚੀ ਚਲੇ ਜਾਣਾ, ਉਹ ਚਿੰਤਾ ਫਿਰ ਰੋਗ ਬਣ ਜਾਂਦਾ ਹੈ। ਉਹਨੂੰ ਕਹਿੰਦੇ ਨੇ ਚਿੰਤਾ ਰੋਗ। ਚਿੰਤਾ ਹੋਣੀ ਜ਼ਰੂਰੀ ਹੈ। ਚਿੰਤਾ ਸਾਡੇ ਜੀਵਨ ਦਾ ਵਿਕਾਸ ਕਰੇਗੀ, ਪਰ ਚਿੰਤਾ ਰੋਗ ਬੜਾ ਖਤਰਨਾਕ ਹੈ। ਹੁਣ ਅਸੀਂ ਆਮ ਚੀਜ਼ਾਂ ਸੋਚਦੇ ਹਾਂ, ਬੱਚਿਆਂ ਬਾਰੇ ਸੋਚਦੇ ਹਾਂ, ਪੜ੍ਹਾਈ ਬਾਰੇ ਸੋਚਦੇ ਹਾਂ, ਵਪਾਰ ਬਾਰੇ ਸੋਚਦੇ ਹਾਂ, ਬੜਾ ਕੁਝ ਸੋਚਦੇ ਹਾਂ, ਘਰ ਬਾਰੇ ਸੋਚਦੇ ਹਾਂ, ਦੁਕਾਨਦਾਰੀ ਬਾਰੇ ਸੋਚਦੇ ਹਾਂ, ਆਪਣੀ ਸਿਹਤ ਬਾਰੇ ਸੋਚਦੇ ਹਾਂ। ਸਾਨੂੰ ਕਿਵੇਂ ਪਤਾ ਚੱਲੇ ਵੀ ਜਿਹੜਾ ਮੈਂ ਸੋਚ ਰਿਹਾ ਇਹ ਸਿਰਫ ਚਿੰਤਾ ਹੈ ਜਾਂ ਚਿੰਤਾ ਰੋਗ ਹੈ? ਇਹਦੀਆਂ ਕੁਝ ਨਿਸ਼ਾਨੀਆਂ ਨੇ। ਜਦੋਂ ਤੁਹਾਨੂੰ ਉਸ ਗੱਲ ਬਾਰੇ ਸੋਚ ਕੇ ਬੇਚੈਨੀ ਹੋਣ ਲੱਗ ਜਾਏ, ਸਟ੍ਰੈਸ ਪੈਦਾ ਹੋ ਜਾਏ, ਘਬਰਾਹਟ ਹੋਣ ਲੱਗ ਜਾਏ, ਭਾਵੇਂ ਸਵੇਰੇ ਤੁਸੀਂ ਤਾਜ਼ਾ ਉੱਠਿਓ ਤਾਂ ਵੀ ਥਕਾਵਟ ਮਹਿਸੂਸ ਕਰੋ, ਸਮਝ ਲਓ ਚਿੰਤਾ ਹੁਣ ਰੋਗ ਬਣ ਗਈ ਹੈ। ਜਦੋਂ ਸੁਭਾਅ ਦੇ ਵਿੱਚ ਮਿਠਾਸ ਬੋਲਾਂ ਚੋਂ ਨਿਕਲ ਜਾਏ, ਸੁਭਾਅ ਵਿੱਚੋਂ ਨਿਮਰਤਾ ਤੇ ਸ਼ਾਂਤੀ ਨਿਕਲ ਜਾਏ, ਚਿੜਚਿੜਾਪਨ ਆ ਜਾਏ, ਸਮਝ ਲਓ ਹੁਣ ਚਿੰਤਾ ਰੋਗ ਬਣ ਗਈ ਹੈ। ਹਰ ਗੱਲ ਤੇ ਨਿੱਕੀ ਗੱਲ ਤੇ ਖਿਜੀ ਚਲੇ ਜਾਣਾ, ਚਿੰਤਾ ਰੋਗ ਹੈ। ਹੱਥ ਪੈਰ ਠੰਡੇ ਹੋ ਜਾਣੇ, ਸਿਰ ਦਰਦ ਹੋਈ ਜਾਣਾ, ਬਿਨਾਂ ਮਤਲਬ ਦੇ ਸਿਰ ਦਰਦ ਹੋਈ ਜਾਣਾ, ਜਾਂ ਪਿਆਸ ਲੱਗਣੀ, ਬਾਰ-ਬਾਰ ਮੂੰਹ ਸੁੱਕੀ ਜਾਣਾ, ਉੱਠ ਕੇ ਪਾਣੀ ਪੀ ਲਿਆ, ਫਿਰ ਪਾਣੀ ਪੀ ਲਿਆ, ਫਿਰ, ਜਾਂ ਬਾਰ-ਬਾਰ ਵਾਸ਼ਰੂਮ ਜਾਣਾ, ਜਾਂ
ਕਬਜ਼ ਹੋ ਜਾਣੀ ਜਾਂ ਲੂਜ਼ ਮੋਸ਼ਨ ਲੱਗ ਜਾਣੇ, ਇਹ ਚਿੰਤਾ ਰੋਗ ਬਣ ਜਾਂਦੀ ਹੈ। ਇਹਨੂੰ ਕਹਿੰਦੇ ਨੇ ਚਿੰਤਾ ਰੋਗ। ਜਾਂ ਇੱਕੋ ਦਮ ਜਾਗ ਖੁੱਲ ਜਾਣੀ ਸੁੱਤੇ ਪਈ ਬਿਨਾਂ ਕਿਸੇ ਕਾਰਨ ਤੋਂ, ਜਾਂ ਖੜਾਕੇ ਨਾਲ ਜਾਗ ਖੁੱਲ ਜਾਣੀ, ਰੋਸ਼ਨੀ ਨਾਲ ਜਾਗ ਖੁੱਲ ਜਾਣੀ, ਜਾਂ ਡਰਾਵਣੇ ਸੁਪਨੇ ਆਣੇ। ਸਮਝ ਲਿਓ ਕਿ ਇਹ ਚਿੰਤਾ ਹੁਣ ਰੋਗ ਬਣ ਗਿਆ ਹੈ। ਇਹ ਨਿਸ਼ਾਨੀਆਂ ਨੇ। ਇਹ ਕਿਸੇ ਅੰਦਰ ਜ਼ਿਆਦਾ ਵੀ ਹੋ ਸਕਦੀਆਂ, ਕਿਸੇ ਅੰਦਰ ਘੱਟ ਵੀ ਹੋ ਸਕਦੀਆਂ, ਕਿਸੇ ਅੰਦਰ ਕੋਈ ਹੋ ਸਕਦੀ, ਕਿਸੇ ਅੰਦਰ ਕੋਈ ਹੋ ਸਕਦੀ। ਯਾਦ ਰੱਖਿਓ, ਜਿੰਨੇ ਸਾਡੇ ਸਰੀਰ ਦੇ ਰੋਗ ਨੇ ਉਹਦੇ ਵਿੱਚੋਂ ਅੱਧੇ ਸਰੀਰ ਦੇ ਰੋਗ ਜਿਹੜੇ ਨੇ ਉਹ ਚਿੰਤਾ ਕਰਕੇ ਹੁੰਦੇ ਨੇ। ਖਾਸ ਕਰ 4 ਤਰ੍ਹਾਂ ਦੇ ਰੋਗ। ਅੱਧਾ ਸਿਰ ਦਰਦ ਜਿਹਨੂੰ ਅਸੀਂ ਮਾਈਗ੍ਰੇਨ ਕਹਿੰਦੇ ਹਾਂ, ਉਹ ਚਿੰਤਾ ਰੋਗ ਕਰਕੇ ਹੁੰਦਾ ਹੈ। ਉਹ ਫਿਜ਼ੀਕਲੀ ਰੋਗ ਨਹੀਂ ਹੈ, ਉਹ ਸਾਡਾ ਮੈਂਟਲੀ ਡਿਸੀਜ਼ ਹੈ। ਅੱਧਾ ਸਿਰ ਦਰਦ ਹੋਣਾ, ਜਾਂ ਗੋਡਿਆਂ ਨੂੰ ਦੀ ਦਰਦ ਹੋਣੀ, ਜਾਂ ਸਰਵਾਈਕਲ ਪੇਨ ਹੋਣੀ, ਜਾਂ ਰਾਤ ਨੀਂਦ ਨਾ ਆਉਣੀ, ਉਨੀਂਦਰਿਆ ਦਾ ਸ਼ਿਕਾਰ ਹੋਣਾ, ਇਹ ਜਿਹੜੇ ਨੇ ਸਾਡੇ ਮੈਂਟਲੀ ਡਿਸੀਜ਼ ਚਿੰਤਾ ਰੋਗ ਨੇ। ਔਰ ਇਹਨਾਂ ਯਾਦ ਰੱਖਿਓ, ਚਿੰਤਾ ਰੋਗ ਜਿਹੜੇ ਕੋਈ ਪਾਗਲਪਨ ਦੀ ਨਿਸ਼ਾਨੀ ਨਹੀਂ, ਜਿਹਨੂੰ ਅਸੀਂ ਮਾਨਸਿਕ ਰੋਗ ਕਹਿੰਦੇ ਆ, ਉਹ ਨਹੀਂ। ਇਹ ਉਹ ਮਾਨਸਿਕ ਰੋਗ ਨੇ ਜਿਹੜੇ ਆਮ ਹੁੰਦੇ ਨੇ। ਸਿਰਫ 10% ਮਾਨਸਿਕ ਰੋਗ ਪਾਗਲਪਨ ਤੱਕ ਲੈ ਕੇ ਜਾਂਦੇ ਨੇ, 90% ਸਾਨੂੰ ਆਮ ਸਾਡੇ ਤੁਹਾਡਿਆਂ ਨੂੰ ਕਈਆਂ ਨੂੰ ਹੁੰਦੇ ਨੇ। ਸਿਰ ਦਰਦ ਹੋਣਾ, ਜੋੜਾਂ ਦੇ ਦਰਦ, ਗੋਡਿਆਂ ਦੇ ਦਰਦ, ਸਰਵਾਈਕਲ ਪੇਨ ਹੋਣੀ, ਜਾਂ ਰਾਤਾਂ ਨੂੰ ਨੀਂਦ ਨਾ ਆਣੀ। ਔਰ ਆਮ ਤੌਰ ਤੇ ਇਹਦੇ ਵਿੱਚੋਂ ਬਹੁਤੇ ਕਾਰਨ ਚਿੰਤਾ ਰੋਗ ਦਾ ਹੁੰਦੇ ਨੇ। ਸਰੀਰ ਦੇ ਰੋਗ ਘੱਟ ਹੀ ਹੁੰਦੇ ਨੇ, ਚਿੰਤਾ ਕਰਕੇ ਜ਼ਿਆਦਾ ਇਹ ਰੋਗ ਲੱਗ ਜਾਂਦੇ ਨੇ। ਜਿਨ੍ਹਾਂ ਘਰਾਂ 'ਚ ਔਰਤਾਂ ਸੁਖੀ ਨਹੀਂ ਹੁੰਦੀਆਂ, ਦੁਖੀ ਹੁੰਦੀਆਂ ਨੇ, ਉਹਨਾਂ ਔਰਤਾਂ ਨੂੰ ਮਾਈਗ੍ਰੇਨ ਹੋ ਸਕਦਾ ਹੈ, ਸਰਵਾਈਕਲ ਪੇਨ ਹੋ ਸਕਦੀ ਹੈ, ਜੋੜਾਂ ਦੇ ਦਰਦ ਹੋ ਸਕਦੇ ਨੇ, ਹੋ ਸਕਦਾ ਉਨੀਂਦਰੀ ਦੀ ਪ੍ਰੋਬਲਮ ਹੋਵੇ। 4 ਚੀਜ਼ਾਂ ਇਹ ਦੁਖੀ ਗ੍ਰਸਤ ਦੀਆਂ ਨਿਸ਼ਾਨੀਆਂ ਨੇ। ਹੁਣ ਆ ਜਿਹੜੀ ਚਿੰਤਾ ਹੈ, ਇਹ ਚਿੰਤਾ ਰੋਗ ਕਿਵੇਂ ਬਣਦਾ ਹੈ? ਇਹਦੇ 3 ਕਾਰਨ ਨੇ। ਜਿਵੇਂ ਅਸੀਂ ਪਿਛਲੀ ਕਲਾਸ ਵਿੱਚ ਥੋੜੀ ਜਿਹੀ ਵਿਚਾਰ ਕੀਤੀ ਸੀ। ਇੱਕ ਤੇ ਇਹਦੇ ਜੈਵਿਕ ਕਾਰਨ ਨੇ, ਜਿਵੇਂ ਸਾਡੇ ਦਿਮਾਗ ਦੇ ਵਿੱਚ ਜਿਹੜੇ ਕੈਮੀਕਲ ਨੇ ਉਹਨਾਂ ਦਾ ਇੰਬੈਲੈਂਸ ਹੋ ਜਾਣਾ, ਸੈਰੋਟੋਨਿਨ ਵਗੈਰਾ ਦਾ, ਜਾਂ ਨੋਰ ਐਪੀਨੈਫ੍ਰਿਨ ਦਾ, ਜਾਂ ਡੋਪਾਮਾਈਨ ਜਿਹੜਾ ਉਹਦਾ ਅਨਬੈਲੈਂਸ ਹੋ ਜਾਣਾ। ਇਹ ਜੈਵਿਕ ਕਾਰਨ ਹੈ। ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ, ਚੰਗਾ ਡਾਕਟਰ ਜਿਹੜਾ ਸਲਾਹ ਦੇ ਦਿੰਦਾ ਵੈ। ਜਾਂ ਫਿਰ ਜੈਨੇਟਿਕ ਰੀਜ਼ਨ ਹੋ ਸਕਦੇ ਵੈ, ਕਿ ਮਾਂ-ਬਾਪ ਨੂੰ ਸੀ, ਦਾਦੇ ਦਾਦੀ ਨੂੰ ਸੀ, ਅੱਗੋਂ ਸਾਨੂੰ ਵੀ ਆ ਗਈ। ਤੇ ਤੀਜਾ ਕਾਰਨ ਜਿਹੜਾ ਹੈ ਉਹ ਸਾਈਕੋਲੋਜੀਕਲ ਇਫੈਕਟ ਹੈਗਾ ਵੈ। ਮੰਨ ਲਓ ਜਿਸ ਪਰਿਵਾਰ ਵਿੱਚ ਬੱਚਾ ਪੈਦਾ ਹੋ ਰਿਹਾ ਹੈ, ਪਰਵਰਿਸ਼ ਹੋ ਰਹੀ ਹੈ, ਪਲ बढ़ ਰਿਹਾ ਹੈ, ਉਹਦੀਆਂ ਕੁਛ ਇੱਛਾਵਾਂ ਜਿਹੜੀਆਂ ਦਬਾ ਦਿੱਤੀਆਂ ਗਈਆਂ। ਖਾਸ ਕਰ ਲੜਕੀਆਂ ਨੂੰ ਹੋ ਜਾਂਦਾ ਹੈ ਕਿ ਘਰ ਵਿੱਚ ਲੜਕੇ ਨੂੰ ਤੇ ਦੁੱਧ ਵੀ ਪੀਣ ਨੂੰ ਦੇ ਦਿੱਤਾ, ਉਹਨੂੰ ਵਧੀਆ ਰੋਟੀ ਵੀ ਘਿਓ ਨਾਲ ਲਾ ਕੇ ਦੇ ਦਿੱਤੀ, ਕੁੜੀ ਨੂੰ ਕਹਿ ਦਿੱਤਾ ਤੈਨੂੰ ਕੀ ਲੋੜ ਹੈ ਦੁੱਧ ਦੀ। ਹੁਣ ਉਹਦੀ ਇੱਛਾ ਸੀ ਮੈਂ ਦੁੱਧ ਪੀਵਾਂ, ਉਹਦੀ ਇੱਛਾ ਦੱਬੀ ਗਈ। ਘਰ ਵਿੱਚ ਹੀ ਉਹਦੇ ਨਾਲ ਪੱਖਪਾਤ ਹੋ ਗਿਆ। ਉਹ ਆਪਣੇ ਭਰਾ ਨੂੰ ਦੇਖ ਕੇ ਪੱਖਪਾਤ 'ਚ ਫਸ ਗਈ। ਜਾਂ ਛੋਟੇ ਨੂੰ, ਲਾਡਲੇ ਨੂੰ ਤੇ ਸਭ ਕੁਝ ਦੇ ਦੇਣਾ, ਵੱਡੇ ਨੂੰ ਕੁਛ ਨਾ ਦੇਣਾ। ਵੱਡਾ ਵੀ ਮਾਨਸਿਕ ਰੋਗੀ ਹੋ ਸਕਦਾ ਹੈ। ਜਾਂ ਵੱਡੇ ਨੂੰ ਪਹਿਲਾਂ ਸਮਝ ਕੇ ਤੇ ਪਾਲਣਾ, ਛੋਟੇ ਦੀ ਪਰਵਾਹ ਨਾ ਕਰਨੀ, ਕੁਛ ਵੀ ਹੋ ਸਕਦਾ ਹੈ। ਦਮਿਤ ਇੱਛਾਵਾਂ, ਜਦੋਂ ਇੱਛਾਵਾਂ ਦਬ ਜਾਂਦੀਆਂ ਨੇ ਸਮਾਜਿਕ ਕਾਰਨਾਂ ਕਰਕੇ, ਜਦੋਂ ਮਾੜਾ ਵਿਹਾਰ ਹੋ ਜਾਏ ਘਰ ਵਿੱਚ ਹੀ, ਜਾਂ ਸੁਤੇਲੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨਾਲ ਬੁਰਾ ਵਿਹਾਰ ਹੁੰਦਾ ਵੈ। ਇਹ 3 ਕਾਰਨ ਨੇ। ਹੁਣ ਇਹ 3 ਕਾਰਨਾਂ ਕਰਕੇ ਇਹ ਸਾਡੀ ਜ਼ਿੰਦਗੀ 'ਚ ਚਿੰਤਾਵਾਂ ਪੈਦਾ ਹੋ ਜਾਂਦੀਆਂ ਨੇ। ਯਾਦ ਰੱਖਿਓ, ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਸਾਰਿਆਂ ਨੂੰ ਬਰਾਬਰ ਮਿਲਦੇ ਨੇ, ਕਿਸੇ ਨੂੰ ਘੱਟ ਜਾਂ ਵੱਧ ਨਹੀਂ। ਇਹ ਨਹੀਂ ਕਿ ਗਰੀਬ ਜ਼ਿਆਦਾ ਦੁਖੀ ਹੈ, ਅਮੀਰ ਬਹੁਤ ਸੁਖੀ ਹੈ, ਇਸ ਤਰ੍ਹਾਂ ਨਹੀਂ ਹੈ। ਇਸ ਤਰ੍ਹਾਂ ਸੋਚਣਾ ਹੀ ਗਲਤ ਹੈ। ਇਸ ਤਰ੍ਹਾਂ ਨਹੀਂ ਹੈ ਕਿ ਇਹ ਰੱਬ ਨੇ ਜੀ ਅਮੀਰ ਨੂੰ ਤੇ ਸੁੱਖ ਦੇ ਦਿੱਤੇ ਨੇ, ਗਰੀਬ ਤੇ ਵਿਚਾਰਾ ਬੜਾ ਦੁਖੀ ਹੈ। ਯਾਦ ਰੱਖਿਓ, ਫਿਜ਼ੀਕਲੀ ਸਰੀਰਕ ਦੁੱਖਾਂ ਦੇ ਨਾਲੋਂ ਮਾਨਸਿਕ ਦੁੱਖਾਂ ਦਾ ਦਰਦ ਜਿਹੜਾ ਉਹ ਜ਼ਿਆਦਾ ਹੈ। ਮਾਨਸਿਕ ਮਨ ਦੇ ਦੁੱਖ ਦੀ ਪੀੜਾ ਸਰੀਰ ਦੀ ਪੀੜਾ ਨਾਲੋਂ ਜ਼ਿਆਦਾ ਸਖਤ ਹੈ। ਕਿਵੇਂ? ਮੈਂ ਇੱਕ ਉਦਾਹਰਨ ਦੇ ਦਿੰਦਾ। ਫਿਜ਼ੀਕਲੀ ਪੀੜਾ ਇੱਕ ਪਾਸੇ, ਦੂਜੇ ਪਾਸੇ ਮਾਨਸਿਕ ਪੀੜਾ। ਫਿਜ਼ੀਕਲੀ ਪੀੜਾ ਕੀ ਹੈ? ਸ਼ਹਿਰ ਦੇ ਚੌਕ ਦੇ ਵਿੱਚ ਇੱਕ ਭਿਖਾਰੀ ਬੈਠਾ ਹੈ, ਉਹਦੇ ਕੋਲ ਖਾਣ ਲਈ ਭੋਜਨ ਨਹੀਂ ਹੈ। ਜਿੱਦਾਂ ਦਾ ਕੋਈ ਭੋਜਨ ਦੇ ਦਿੰਦਾ ਵਿਚਾਰ ਨੂੰ ਖਾਣਾ ਪੈਂਦਾ ਹੈ। ਕਦੀ ਥੋੜਾ ਮਿਲ ਜਾਂਦਾ, ਕਦੀ ਜ਼ਿਆਦਾ ਮਿਲ ਜਾਂਦਾ, ਕਦੀ ਥੋੜਾ ਮਿਲਦਾ, ਰਾਤ ਭੁੱਖਾ ਵੀ ਸੌਣਾ ਪੈਂਦਾ ਹੈ। ਪੇਟ ਦੀ ਭੁੱਖ ਉਹਦੀ ਪੂਰੀ ਨਹੀਂ ਹੋ ਰਹੀ। ਸਰੀਰ ਦੇ ਉਹਦੇ ਕੱਪੜੇ ਨੂੰ ਵਧੀਆ ਨਹੀਂ ਮਿਲ ਰਹੇ, ਜਿਹੇ ਜਿਹੇ ਫਟੇ ਪੁਰਾਣੇ ਨੇ ਉਹ ਪਾਈ ਬੈਠਾ ਹੋਇਆ। ਹੋ ਸਕਦਾ ਉਹਦਾ ਹੱਥ ਨਾ ਹੋਵੇ, ਉਹਦਾ ਪੈਰ ਨਾ ਹੋਵੇ, ਕਿ ਹੋ ਸਕਦਾ ਅੱਖਾਂ ਨਾ ਹੋਣ, ਅੰਨਾ ਹੋਵੇ, ਸਰੀਰ ਤੇ ਰੋਗ ਹੋਣ, ਕੋੜੀ ਹੋਵੇ, ਚੱਲ ਫਿਰ ਨਾ ਸਕੇ। ਹੁਣ ਉਹਦਾ ਫਿਊਚਰ ਕੀ ਹੈ? ਉਹਨੂੰ ਪਤਾ ਮੇਰਾ ਫਿਊਚਰ ਕੁਛ ਵੀ ਨਹੀਂ ਹੈ, ਮੈਂ ਏਦਾਂ ਹੀ ਆਪਣੀ ਪੂਰੀ ਜ਼ਿੰਦਗੀ ਕੱਢਣੀ ਹੈ। ਕਿ ਇਸ ਰੋਗ ਵਿੱਚ ਕਿੰਨੇ ਕਿੰਨੇ ਕੋੜੀ ਹੁੰਦੇ ਨੇ, ਅੱਖਾਂ ਤੋਂ ਅੰਨੇ ਹੁੰਦੇ ਨੇ, ਹੱਥ ਪੈਰ ਨਹੀਂ ਹੁੰਦੇ, ਲੰਗੜੇ ਲੂਲੇ ਹੁੰਦੇ ਨੇ, ਭਿਖਾਰੀ ਹੁੰਦੇ ਨੇ,
ਖਾਣ ਲਈ ਭੋਜਨ ਨਹੀਂ, ਪਾਣ ਲਈ ਕੱਪੜੇ ਨਹੀਂ, ਉਹਨਾਂ ਨੂੰ ਕਹੋ ਵੀ ਦੇਖੋ ਤੁਹਾਡਾ ਤੇ ਫਿਊਚਰ ਹੀ ਕੋਈ ਨਹੀਂ ਹੈ, ਇਹਦੇ ਨਾਲ ਚੰਗਾ ਤੁਸੀਂ ਮਰ ਹੀ ਜਾਓ। ਅੱਗੋਂ ਭਵਿੱਖ ਵਿੱਚ ਤੇ ਕੋਈ ਸੁਧਾਰ ਹੋਣਾ ਨਹੀਂ ਹੈ, ਅੱਗੋਂ ਬਦਤਰ ਹੀ ਹੋਣਾ ਹੈ ਭਵਿੱਖ ਜਿਹੜਾ ਹੈ, ਸਰੀਰ ਨੇ ਹੋਰ ਰੋਗੀ ਹੀ ਹੋਣਾ ਹੈ। ਕੀ ਲੋੜ ਹੈ ਐਸੇ ਜੀਵਨ ਦੀ, ਮਰ ਜਾਓ। ਉਹ ਵੀ ਕਹਿੰਦੇ ਨਹੀਂ ਨਹੀਂ ਅਸੀਂ ਕਿਉਂ ਮਰੀਏ, ਅਸੀਂ ਨਹੀਂ ਮਰਨਾ। ਦੁੱਖ ਤੇ ਬਹੁਤ ਹੈ ਫਿਜ਼ੀਕਲੀ, ਬਾਹਰੋਂ ਤੇ ਬੜੇ ਦੁੱਖ ਨੇ, ਉਹ ਆਖਦੇ ਨੇ ਅਸੀਂ ਕਿਉਂ ਮਰੀਏ, ਅਸੀਂ ਨਹੀਂ ਮਰਨਾ, ਅਸੀਂ ਜੀਣਾ ਵੈ। ਆਖਰੀ ਸਾਹ ਤੱਕ ਉਹ ਜੀਣ ਦੀ ਕੋਸ਼ਿਸ਼ ਕਰਦੇ ਨੇ। ਇਹ ਤੇ ਹੀ ਸੀ ਬਾਹਰਲੀ ਪੀੜਾ, ਬਾਹਰਲੇ ਦੁੱਖ, ਗਰੀਬੀ, ਸਰੀਰਕ ਰੋਗ। ਹੁਣ ਮਾਨਸਿਕ ਰੋਗ ਦੇਖੋ, ਬੜੀ ਵੱਡੀ ਕੋਠੀ ਹੈ, ਜ਼ਮੀਨ ਵੀ ਹੈ, ਪੈਸਾ ਵੀ ਹੈ, ਨੌਕਰੀ ਬੜੀ ਵਧੀਆ ਹੈ, ਖੂਬਸੂਰਤੀ ਹੈ, ਨੇਮ ਹੈ, ਫੇਮ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਪਰ ਮਾਨਸਿਕ ਤੌਰ ਤੇ ਇੰਨਾ ਅਸ਼ਾਂਤ ਹੈ, ਉਹਨੇ ਸੁਸਾਈਡ ਕਰ ਲਈ, ਖੁਦਕੁਸ਼ੀ ਕਰ ਲਈ। ਉਹਨੂੰ ਪੁੱਛੋ ਕਿਉਂ, ਇਹਨੇ ਖੁਦਕੁਸ਼ੀ ਕਿਉਂ ਕੀਤੀ? ਮਾਨਸਿਕ ਤੌਰ ਤੇ ਦੁਖੀ ਸੀ, ਪਰੇਸ਼ਾਨ ਸੀ, ਅਸ਼ਾਂਤ ਸੀ। ਮੈਂ ਨਾਂ ਨਹੀਂ ਲਵਾਂਗਾ, ਬਾਲੀਵੁੱਡ ਦੇ ਕਿੰਨੇ ਹੀ ਹੀਰੋ ਸਾਡੇ ਸਾਹਮਣੇ ਨੇ ਜਿਹੜੇ ਮਾਨਸਿਕ ਤੌਰ ਤੇ ਦੁਖੀ ਹੋ ਕੇ ਸੁਸਾਇਡ ਕਰ ਗਏ। ਕਿੰਨੀਆਂ ਹੀਰੋਇਨਾਂ ਸਾਡੇ ਸਾਹਮਣੇ ਨੇ ਮੈਂਟਲੀ ਅਪਸੈਟ ਹੋ ਕੇ ਸੁਸਾਇਡ। ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀ। ਕੋਈ ਮਰਨਾ ਨਹੀਂ ਚਾਹੁੰਦਾ, ਭਿਖਾਰੀ ਵੀ ਨਹੀਂ ਮਰਨਾ ਚਾਹੁੰਦਾ, ਰੋਗੀ ਵੀ ਨਹੀਂ ਮਰਨਾ ਚਾਹੁੰਦਾ, ਉਹ ਵੀ ਜੀਣਾ ਚਾਹੁੰਦੇ ਨੇ। ਹਸਪੀਟਲ ਵਿੱਚ ਪਏ ਹੋਏ ਮਰੀਜ਼ ਉਹ ਕਹਿੰਦੇ ਨੇ ਕਿਸੇ ਤਰੀਕੇ ਡਾਕਟਰ ਸਾਨੂੰ ਬਚਾ ਲਵੇ, ਭਾਵੇਂ ਕਿੰਨੀ ਅਸੀਂ ਦੁਖੀ ਕਿਉਂ ਨਾ ਹੋਈਏ। ਪਰ ਜਦੋਂ ਮਾਨਸਿਕ ਚਿੰਤਾ ਆਉਂਦੀ ਹੈ ਨਾ, 90% ਸਰੀਰ ਦੇ ਦੁੱਖ ਉਹਨਾਂ ਦੁਖੀ ਨਹੀਂ ਕਰ ਸਕਦੇ ਜਿੰਨਾ ਮਾਨਸਿਕ ਦੁੱਖ ਦਾ 10% ਦਾ ਵਜ਼ਨ 90% ਦੇ ਸਰੀਰ ਦੇ ਦੁੱਖਾਂ ਦੇ ਨਾਲੋਂ ਜ਼ਿਆਦਾ ਹੈ। ਮਾਨਸਿਕ ਦੁੱਖ ਦਾ 10% ਹੀ ਵਜ਼ਨ 90% ਸਰੀਰ ਦੇ ਦੁੱਖ ਦੇ ਨਾਲੋਂ ਜ਼ਿਆਦਾ ਵਜ਼ਨ ਹੈ 10% ਦਾ, ਤੇ ਕਿ ਲੋਕ ਮਰਨ ਨੂੰ ਵੀ ਤਿਆਰ ਹੋ ਜਾਂਦੇ ਨੇ। ਇਸੇ ਕਰਕੇ ਅਸੀਂ ਅਕਸਰ ਕਹਿੰਦੇ ਹਾਂ ਚਿੰਤਾ ਚਿਖਾ ਬਰਾਬਰੀ ਦੋਨੋਂ ਇੱਕ ਸਮਾਨ। ਚਿੰਤਾ ਤੇ ਚਿਖਾ ਦੋਨੋਂ ਬਰਾਬਰ ਨੇ, ਪਰ ਫਿਰ ਵੀ ਇੱਕ ਚੀਜ਼ 'ਚ ਫਰਕ ਹੈ। ਚਿਖਾ ਵੀ ਸਾੜਦੀ ਹੈ ਸਰੀਰ ਨੂੰ, ਚਿਖਾ ਕਹਿੰਦੇ ਨੇ ਚਿਤਾ ਨੂੰ, ਚਿਤਾ ਵੀ ਸਰੀਰ ਨੂੰ ਸਾੜਦੀ ਹੈ, ਚਿੰਤਾ ਵੀ ਸਰੀਰ ਨੂੰ ਸਾੜਦੀ ਹੈ। ਸਿਰਫ ਇੱਕ ਬਿੰਦੀ ਦਾ ਹੀ ਫਰਕ ਹੈ ਨਾ, ਟਿੱਪੀ ਦਾ ਹੀ ਫਰਕ ਹੈ। ਚਿਤਾ ਦੇ ਉੱਪਰ ਟਿੱਪੀ ਲਗਾ ਦੋ ਚੱਚੇ ਤੇ ਚਿੰਤਾ ਬਣ ਜਾਂਦੀ ਹੈ। ਚਿਤਾ ਵੀ ਸਾੜਦੀ ਹੈ ਸਰੀਰ ਨੂੰ, ਚਿੰਤਾ ਵੀ ਸਾੜਦੀ ਹੈ। ਚਿੰਤਾ ਚਿਖਾ ਬਰਾਬਰੀ ਦੋਨੋਂ ਇੱਕ ਸਮਾਨ, ਪਰ ਦੋਨਾਂ 'ਚ ਫਿਰ ਵੀ ਇੱਕ ਫਰਕ ਹੈ। ਚਿਤਾ ਤੋਂ ਜਲ ਬੁਝ ਗਈ, ਚਿੰਤਾ ਅਮਨ ਅਮਾਨ। ਚਿਤਾ ਤੇ ਸਰੀਰ ਨੂੰ ਇੱਕ ਵਾਰ ਸਾੜਦੀ ਹੈ, ਚਿੰਤਾ ਸਵੇਰੇ ਵੀ ਸਾੜਦੀ ਹੈ, ਦੁਪਹਿਰੇ ਵੀ ਸਾੜਦੀ ਹੈ, ਸ਼ਾਮ ਨੂੰ ਵੀ ਸਾੜਦੀ ਹੈ, ਰਾਤ ਨੂੰ ਵੀ ਸਾੜਦੀ ਹੈ, ਹਰ ਰੋਜ਼ ਸਾੜਦੀ ਹੈ। ਚਿੰਤਾ ਜ਼ਿਆਦਾ ਖਤਰਨਾਕ ਹੈ ਚਿਤਾ ਨਾਲੋਂ, ਇਹ ਜ਼ਿਆਦਾ ਖਤਰਨਾਕ ਹੈ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਸਰੀਰ ਦੇ ਦੁੱਖਾਂ ਦੇ ਨਾਲੋਂ ਮਨ ਦੇ ਦੁੱਖ ਜ਼ਿਆਦਾ ਵਜ਼ਨ ਰੱਖਦੇ ਨੇ। ਮਾਨਸਿਕ ਦੁੱਖਾਂ ਨੇ ਹਜ਼ਾਰਾਂ ਲੋਕਾਂ ਨੂੰ ਮਰਨ ਤੇ ਮਜਬੂਰ ਕੀਤਾ, ਸਰੀਰਕ ਦੁੱਖਾਂ ਨੇ ਇੱਕ ਨੂੰ ਵੀ ਮਰਨ ਤੇ ਮਜਬੂਰ ਨਹੀਂ ਕੀਤਾ। ਇਸ ਕਰਕੇ ਮਨ ਦੇ ਦੁੱਖ ਦੀ ਪੀੜਾ ਜਿਹੜੀ ਹੈ ਸਰੀਰ ਦੀ ਪੀੜਾ ਨਾਲੋਂ ਜ਼ਿਆਦਾ ਖਤਰਨਾਕ ਹੈ। ਦੂਜੀ ਗੱਲ, ਜਦੋਂ ਕੋਈ ਸਿੱਖ ਬਾਣੀ ਪੜ੍ਹਦਾ ਹੈ ਨਾ, ਉਹਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ। ਕਿਹੜੀ? ਕਿ ਸੁੱਖ ਤੇ ਦੁੱਖ ਰੱਬ ਨਹੀਂ ਦਿੰਦਾ, ਸੁੱਖ ਤੇ ਦੁੱਖ ਸਾਨੂੰ ਸਮਾਜ ਨਹੀਂ ਦਿੰਦਾ, ਸੁੱਖ ਦੁੱਖ ਸੰਸਾਰ ਚੋਂ ਨਹੀਂ ਸਾਨੂੰ ਮਿਲਦੇ। ਇਹ ਸੁੱਖ ਦੁੱਖ ਸਭ ਨੂੰ ਬਰਾਬਰ ਮਿਲੇ ਹੋਏ ਨੇ। ਔਰ ਕਿਵੇਂ ਮਿਲੇ ਨੇ? ਹਰ ਮਨੁੱਖ ਦੇ ਜੀਵਨ ਵਿੱਚ ਸੁੱਖ ਵੀ ਹੈ, ਦੁੱਖ ਵੀ ਹੈ। ਕੋਈ ਇਹ ਨਹੀਂ ਕਹਿ ਸਕਦਾ ਮੈਂ ਇਕੱਲਾ ਸੁਖੀ ਹੋਵਾਂ, ਦੁਖੀ ਹੋਵਾਂ ਨਾ। ਦੁਨੀਆ ਤੇ ਐਸਾ ਇੱਕ ਵੀ ਇਨਸਾਨ ਨਹੀਂ ਆਇਆ ਜਿਹੜਾ ਸਿਰਫ ਸੁਖੀ ਸੁਖੀ ਹੋਵੇ, ਸੁਖੀ ਸੁਖੀ ਹੋਵੇ, ਦੁਖੀ ਹੋਵੇ ਹੀ ਨਾ। ਇੱਕ ਵੀ ਨਹੀਂ ਆਇਆ। ਵੱਡੇ ਵੱਡੇ ਰਾਜੇ ਮਹਾਰਾਜੇ, ਪੀਰ ਪੈਗੰਬਰ, ਔਲੀਏ, ਅਵਤਾਰ, ਦੁੱਖ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਆਏ। ਬੰਦਾ ਕਹਿੰਦਾ ਮਰ ਕੇ ਸੁਖੀ ਹੋਵਾਂਗਾ ਜਦੋਂ ਸਵਰਗ 'ਚ ਜਾਵਾਂਗਾ। ਸਵਰਗ ਵਿੱਚ ਤੇ ਸੁੱਖ ਹੀ ਸੁੱਖ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਿੱਖਾ ਤੂੰ ਇਹ ਵੀ ਭੁਲੇਖਾ ਦੂਰ ਕਰ ਲਿਆ ਆਪਣਾ। ਤੂੰ ਕਹਿੰਦਾ ਨਾ ਸਵਰਗ 'ਚ ਸੁੱਖ ਹੁੰਦਾ ਹੈ, ਮੈਂ ਤੇ ਸਵਰਗ ਦੇ ਮਾਲਕਾਂ ਨੂੰ ਵੀ ਰੋਂਦਿਆਂ ਦੇਖਿਆ। ਸਵਰਗ ਦਾ ਮਾਲਕ ਕੌਣ ਹੈ? ਇੰਦਰ। ਸਹੰਸਰਦਾਨ ਦੇ ਇੰਦਰ ਰਵਾਇਆ, ਮੈਂ ਤੇ ਇੰਦਰ ਨੂੰ ਵੀ ਰੋਂਦਿਆਂ ਦੇਖਿਆ। ਐਸਾ ਕੋਈ ਨਹੀਂ ਜਿਹਦੀ ਜ਼ਿੰਦਗੀ 'ਚ ਦੁੱਖ ਨਾ ਹੋਵੇ। ਸੁੱਖ ਦੁੱਖ ਸਭ ਨੂੰ ਬਰਾਬਰ ਮਿਲੇ ਨੇ। ਪਰ ਹਾਂ, ਇੱਕ ਗੱਲ ਹੋਰ ਵੱਖਰੀ ਹੈ। ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਨਾ, ਜਾ ਕੇ ਗੁਰੂ ਜੀ ਅੱਗੇ ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ, ਸਤਿਗੁਰੂ ਸਾਨੂੰ ਸੁੱਖ ਦੇਈਂ, ਦੁੱਖ ਨਾ ਦੇਈਂ। ਗੁਰੂ ਜੀ ਕਹਿਣ ਲੱਗੇ ਗੱਲ ਮੁੱਢੋਂ ਹੀ ਗਲਤ ਹੋ ਗਈ, ਉਹ ਕਈ ਗਲਤ ਹੋ ਗਈ। ਸਿੱਖ ਕਹੇਗਾ ਵੀ ਇਹ 'ਚ ਕਿਹੜੀ ਗਲਤ ਗੱਲ ਹੈ, ਮੈਂ ਇਹੀ ਕਿਹਾ ਨਾ ਮੈਨੂੰ ਸੁੱਖ ਮਿਲੇ ਦੁੱਖ ਨਾ ਮਿਲੇ। ਗੁਰੂ ਜੀ ਕਹਿਣ ਲੱਗੇ ਗੱਲ ਬਿਲਕੁਲ ਗਲਤ ਹੈ, ਤੂੰ ਫਜ਼ੂਲ ਦੀ ਗੱਲ ਕਰ ਰਹੇ ਹੈ। ਗੁਰੂ ਸਾਹਿਬ ਨੇ ਲਫ਼ਜ਼ ਵਰਤਿਆ ਝੱਖ ਮਾਰਨਾ, ਮੈਨੇ ਫਜ਼ੂਲ ਬੋਲਣਾ। ਤੂੰ ਝੱਖ ਮਾਰਦਾ ਪਿਆ, ਫਜ਼ੂਲ ਦੀ ਗੱਲ ਬੋਲ ਰਹੇ ਹੈ।
कि मैनूं सुख मिल जाए दुख ना मिल जाए। पुछया क्यों? सतगुरु पातशाह कहण लगे वो इस करके क्योंकि सुख ते दुख जुड़े हुए ने, एक दूजे नाल अलग नहीं हो सकते। हुण सिक्के दे दो पासे ने, एक हैड है, एक टेल है। सिक्के दे दो पासे ने, एक चित है, एक पट है। ते मैं पलास दे नाल सिक्का फड़ के हैड वाले पासे मोमबत्ती दे उपर रख के इहनूं गर्म करां ते मैं कहां हैड वाला पासा गर्म होवे, टेल वाला ना होवे, हो सकदा इदां? नहीं हो सकदा ना। हैड वाला पासा गर्म होएगा, सिक्के दा टेल वाला भी होएगा, क्योंकि दोनों जुड़े हुए ने। हैड ते टेल जुड़े ने। इदां ही सुख ते दुख दोनों जुड़े हुए ने। मैं कहां मैनूं सिर्फ सुख वाला पासा मिले, दुख वाला ना मिले, नहीं हो सकदा। गुरु जी आखदे ने, नानक बोलण झखना, दुख छड्ड मंगीए सुख। ये बोलना फजूल है। दुख छड्ड के सुख मंगी जाना है। सुख दुख दोए दर कपड़े पहरे जाए मनुख। ये जीवन दे बस्तर ने, ये दोनों पाने पैणगे। पर हाँ, एक काम हो सकदा है, जे तू मानसिक तौर ते मजबूत हो जाए ते दुख तेनू दुखी नहीं कर सकेगा। ते सिर्फ दुख ही दुखी नहीं कर सकेगा, ते एक पक्ष है सिर्फ। सुख भी तेनू पागल नहीं कर सकेगा। तो दोनों सुख दुख तो उच्चा उठ जाएगा। ਇਹ ਨਹੀਂ ਕਿ ਜਿਹੜੇ ਧਰਮੀ ਹੁੰਦੇ ਨੇ ਉਹ ਸਿਰਫ ਦੁਖੀ ਨਹੀਂ ਹੁੰਦੇ, ਉਹ ਸੁੱਖ ਦੇ ਵਿੱਚ ਵੀ ਨਹੀਂ ਫਸਦੇ। ਸੁੱਖ ਵੀ ਉਹਨਾਂ ਨੂੰ ਅਸਹਿਜ ਨਹੀਂ ਕਰ ਸਕਦਾ, ਸੁੱਖ ਵੀ ਉਹਨਾਂ ਨੂੰ ਪਾਗਲ ਨਹੀਂ ਕਰ ਸਕਦਾ। ਉਹ ਦੋਨਾਂ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਦੁੱਖ ਹੈ ਪਰ ਉਹ ਦੁਖੀ ਨਹੀਂ। ਉਹਨਾਂ ਦੀ ਜ਼ਿੰਦਗੀ 'ਚ ਸੁੱਖ ਵੀ ਹੈ ਪਰ ਉਹ ਸੁਖੀ ਨਹੀਂ। ਹੁਣ ਇਹ ਗੱਲ ਸੁਣਨ ਨੂੰ ਅਜੀਬ ਲੱਗੇਗੀ, ਸੁਖੀ ਨਹੀਂ? ਧਰਮੀ ਬੰਦਾ ਤੇ ਬੜਾ ਸੁਖੀ ਹੁੰਦਾ ਹੈ। ਨਹੀਂ ਨਹੀਂ, ਜਿਹੜਾ ਧਰਮੀ ਬੰਦਾ ਸੁਖੀ ਹੋਏਗਾ ਉਹ ਕੱਲ ਨੂੰ ਦੁਖੀ ਵੀ ਹੋ ਸਕਦਾ ਹੈ, ਕਿਉਂਕਿ ਸੁੱਖ ਦੁੱਖ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਉਹ ਆਨੰਦਿਤ ਹੁੰਦਾ ਹੈ ਤੇ ਆਨੰਦ ਦਾ ਆਪੋਜੀਟ ਵਰਡ ਕੋਈ ਨਹੀਂ ਹੈ। ਆਨੰਦ ਦਾ ਵਿਰੋਧੀ ਸ਼ਬਦ ਕੋਈ ਨਹੀਂ ਹੈ। ਇਸ ਕਰਕੇ ਸੁੱਖ ਹੋਣਾ ਹੋਰ ਚੀਜ਼ ਹੈ, ਸੁਖੀ ਹੋਣਾ ਹੋਰ ਚੀਜ਼ ਹੈ। ਦੁੱਖ ਹੋਣਾ ਹੋਰ ਚੀਜ਼ ਹੈ, ਦੁਖੀ ਹੋਣਾ ਹੋਰ ਚੀਜ਼ ਹੈ। ਹੋ ਸਕਦਾ ਕੋਈ ਸੁਖੀ ਸੁੱਖ ਹੋਵੇ ਕਿਸੇ ਕੋਲ ਪਰ ਸੁਖੀ ਨਾ ਹੋਵੇ। ਕਾਰ ਬੰਗਲਾ ਕੋਠੀ ਜ਼ਮੀਨ ਜਾਇਦਾਦ ਸੁੰਦਰਤਾ ਤੰਦਰੁਸਤੀ ਸਭ ਕੁਝ ਹੋਵੇ ਪਰ ਉਹ ਸੁਖੀ ਨਾ ਹੋਵੇ। ਉਹ ਪਰੇਸ਼ਾਨ ਹੋਵੇ ਵੀ ਮੇਰੇ ਗਵਾਂਢੀ ਨੇ ਮੇਰੇ ਘਰ ਤੋਂ 2 ਮੰਜ਼ਲਾ ਵੱਧ ਕਿਉਂ ਪਾ ਲਈਆਂ। ਹੋ ਸਕਦਾ ਇਸ ਗੱਲ ਤੋਂ ਦੁਖੀ ਹੋਵੇ ਮੇਰੀ ਭਰਾ ਦੀ ਜ਼ਮੀਨ 10 ਕਿੱਲੇ ਹੋਰ ਵੱਧ ਕਿੱਦਾਂ ਗਈ, ਮੇਰੇ ਜਿਹੜਾ ਕੁਲੀਗ ਹੈ ਉਹਦੀ ਪ੍ਰਮੋਸ਼ਨ ਕਿੱਦਾਂ ਹੋ ਗਈ। ਸੁੱਖ ਉਹਦੇ ਕੋਲ ਹੈ, ਉਹਦੇ ਕੋਲ ਆਪਣੇ ਕੋਲ ਕੋਈ ਕਮੀ ਨਹੀਂ, ਪਰ ਉਹ ਸੁਖੀ ਨਹੀਂ ਹੈ। ਇਦਾਂ ਹੋ ਸਕਦਾ ਹੈ। ਇਸ ਕਰਕੇ ਮਨੁੱਖ ਆਪਣੇ ਦੁੱਖ ਕਰਕੇ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖਾਂ ਨੂੰ ਦੇਖ ਕੇ ਦੁਖੀ ਹੋ ਜਾਂਦਾ ਹੈ। ਸੁੱਖ ਉਹਦੇ ਕੋਲ ਹੈ, ਸੁਖੀ ਨਹੀਂ। ਪਰ ਇਹ ਵੀ ਹੋ ਸਕਦਾ ਹੈ ਕਿ ਦੁੱਖ ਹੋਵੇ ਪਰ ਬੰਦਾ ਦੁਖੀ ਨਾ ਹੋਵੇ। ਇਹ ਵੀ ਤੇ ਹੋ ਸਕਦਾ ਹੈ ਨਾ। ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ, ਸੀਸ ਤੇ ਗਰਮ ਰੇਤ ਦੇ ਕੜਛੇ ਪੈ ਰਹੇ ਨੇ, ਦੁੱਖ ਤੇ ਬੜਾ ਹੈ ਪਰ ਦੁਖੀ ਨਹੀਂ ਹਨ। ਉਹ ਤੇ ਆਨੰਦ ਵਿੱਚ ਨੇ। ਉਹ ਤੇ ਕਹਿ ਰਹੇ ਨੇ ਤੇਰਾ ਕੀਆ ਮਿੱਠਾ ਲੱਗਾ। ਮੀਰ ਮਨੂ ਦੀ ਕੈਦ ਵਿੱਚ ਸਿੱਖ ਬੀਬੀਆਂ ਜਿਹੜੀਆਂ ਨੇ ਉਹ ਗਲਾਂ ਦੇ ਵਿੱਚ ਬੱਚਿਆਂ ਦੇ ਟੁਕੜਿਆਂ ਦੇ ਹਾਰ ਪਵਾ ਰਹੀਆਂ ਨੇ, ਆਪਣੀਆਂ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੁਕੜੇ ਕਰਾ ਰਹੀਆਂ ਨੇ। ਦੁੱਖ ਬਹੁਤ ਵੱਡਾ ਹੈ। ਪਰ ਸ਼ਾਮ ਨੂੰ ਉਹਨਾਂ ਰਲ ਕੇ ਸੋਦਰ ਦਾ ਪਾਠ ਕੀਤਾ। ਉਹਨਾਂ ਬੀਬੀਆਂ ਨੇ ਰਲ ਕੇ ਅਰਦਾਸ ਕੀਤੀ ਕਿ ਸਤਿਗੁਰੂ ਤੇਰੇ ਭਾਣੇ 'ਚ ਸਾਡਾ 4 ਪੈਰ ਦਿਨ ਬੜੇ ਸੁੱਖ ਦਾ ਬਤੀਤ ਹੋਇਆ ਹੈ। ਕਿਰਪਾ ਕਰੀ ਸਾਡੇ ਤਨ ਦੇ ਬੇਸ਼ੱਕ ਟੁਕੜੇ ਹੋ ਜਾਣ ਪਰ ਅਸੀਂ ਸਿੱਖੀ ਸਿਦਕ ਤੁਕ ਦੀ ਡੋਲੀਏ ਨਾ। ਦੁੱਖ ਤੇ ਆ ਪਰ ਦੁਖੀ ਨਹੀਂ ਹਨ। ਇਸ ਕਰਕੇ ਸਿੱਖ ਜਿਹੜਾ ਹੈ ਉਹ ਨਾ ਸੁਖੀ ਹੈ ਨਾ ਦੁਖੀ ਹੈ। ਸੁੱਖ ਦੁੱਖ ਦੋਨਾਂ ਤੋਂ ਉੱਚਾ ਉੱਠ ਗਿਆ। ਉਹ ਸਿੱਕੇ ਨੂੰ ਹੀ ਉਹਨੇ ਸੁੱਟ ਦਿੱਤਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਉਹ ਦੁੱਖ ਵਿੱਚ ਦੁਖੀ ਨਹੀਂ। ਘਾਟਾ ਪੈ ਜਾਏ, ਦਿਵਾਲਾ ਨਿਕਲ ਜਾਏ, ਰੋਗ ਆ ਜਾਏ, ਘਰ 'ਚ ਸੋਗ ਵਰਤ ਜਾਏ, ਉਹ ਤਾਹਾਂ ਮਾਰ ਕੇ ਰੋਂਦਾ ਨਹੀਂ ਫਿਰਦਾ। ਉਹ ਆਖਦਾ ਹੈ ਵਾਹ ਹੈ ਤੂੰ ਹੈ ਤੇਰੀ ਰਜ਼ਾਏ, ਤੇਰੀ ਰਜ਼ਾ ਹੈ। ਉਹ ਤਾਹਾਂ ਮਾਰ ਕੇ ਰੋਂਦਾ ਨਹੀਂ ਫਿਰਦਾ। ਜੇ ਸੁੱਖ ਆ ਜਾਏ ਤੇ ਉਹ ਬੋਰਾ ਨਹੀਂ ਹੁੰਦਾ ਕਿ ਪੁੱਤਰ ਦਾ ਵਿਆਹ ਹੋਵੇ ਤੇ ਨਸ਼ੇ 'ਚ ਧੁੱਤ ਹੋ ਕੇ ਭੰਗੜੇ ਪਾਉਂਦਾ ਫਿਰੇ ਔਰ ਸਾਰੇ ਰਸਤੇ ਉਹਨਾਂ ਵਿਕਾਰੀ ਗੀਤਾਂ ਦੇ ਉੱਪਰ ਨੱਚਦਾ ਚਲਾ ਜਾਏ, ਨਸ਼ੇ 'ਚ ਧੁੱਤ ਹੋ ਕੇ ਕਦੀ ਡਿੱਗ ਜਾਏ, ਕਦੀ ਨਾਲੀ 'ਚ ਡਿੱਗ ਜਾਏ, ਕਦੀ ਕੁੱਤੇ ਮੂੰਹ ਚੁੱਟਦੇ ਫਿਰਨ, ਉੱਠ ਕੇ ਫਿਰ ਤੁਰ ਪਿਆ ਕਰੇ। ਸੁੱਖ ਤੇ ਆਇਆ ਪਰ ਬੋਰਾ ਹੋ ਗਿਆ, ਮੇਰੇ ਪੁੱਤਰ ਦਾ ਵਿਆਹ ਹੈ। ਤੇ ਅੱਗੇ ਟੱਕਰੇ ਭਾਈ ਤੇ ਭਾਈ ਨੂੰ ਕਵੇ ਹੁਣ ਸ਼ਬਦ ਪੜ ਹਮ ਘਰ ਸਾਜਨ ਆਏ। ਸਾਜਨ ਏਦਾਂ ਦੇ ਹੁੰਦੇ ਨੇ ਤੇ ਭੂਤਨੇ ਨੇ, ਸਾਜਨ ਥੋੜੇ ਨੇ ਇਹ। ਸਾਜਨ ਤੇ ਤਾਂ ਮੰਨੀਏ ਜੇ ਗੁਰਬਾਣੀ ਦਾ ਕੀਰਤਨ ਕਰਦੇ ਆਏ ਹੁਣ। ਕਿੰਨੀਆਂ ਕੁ ਬਰਾਤਾਂ ਨੇ ਸਿੱਖਾਂ ਦੇ ਵਿੱਚ
ਜਿਹੜੀਆਂ ਕੀਰਤਨ ਕਰਦੀਆਂ ਜਾਂਦੀਆਂ ਨੇ। ਹੈ ਕੋਈ ਨਜ਼ਰ ਆਉਂਦੀ ਹੈ ਵੀ ਗੁਰਸਿੱਖ ਦਾ ਉਹਦੇ ਪੁੱਤਰ ਦਾ ਵਿਆਹ ਹੈ ਤੇ ਉਹ ਸਾਰੇ ਰਸਤੇ ਗੁਰਬਾਣੀ ਦਾ ਕੀਰਤਨ ਕਰਦੀ ਗਈ ਹੋਵੇ ਬਰਾਤ। ਉਹ ਪਿਤਾ ਜਿਹੜਾ ਹੈ ਉਹ ਸਾਰੇ ਰਸਤੇ ਗੁਰਬਾਣੀ ਦਾ ਕੀਰਤਨ ਕਰਦਾ ਗਿਆ ਹੋਵੇ, ਕਿਉਂਕਿ ਧਰਮ ਦਾ ਕੰਮ ਕਰਨ ਜਾਣਾ ਹੈ ਨਾ, ਗੁਰਦੁਆਰੇ ਜਾਣਾ ਹੈ, ਆਨੰਦ ਕਾਰਜ ਹੋਣਾ ਹੈ, ਕੰਮ ਧਰਮ ਦਾ ਹੈ। ਤੇ ਕਿੰਨੀਆਂ ਕੁ ਬਰਾਤਾਂ ਨੇ ਜਿਹੜੀਆਂ ਕੀਰਤਨ ਕਰਦਿਆਂ ਜਾਂਦੀਆਂ ਨੇ। ਸੁੱਖ ਤੇ ਹੈ ਪਰ ਬੌਰਾ ਹੋ ਗਿਆ, ਸੁੱਖ ਚ ਡੋਲ ਗਿਆ। ਐਸੀ ਬਰਾਤ ਲੱਭਦੀ ਨਹੀਂ ਇਤਿਹਾਸ। ਹਾਂ, ਇੱਕ ਬਰਾਤ ਮੈਂ ਸੁਣੀ ਸੀ, ਜਿਸ ਬਰਾਤ ਵਿੱਚ ਰਿਸ਼ਤੇਦਾਰ ਘੱਟ ਸਨ, ਸੰਗਤ ਜ਼ਿਆਦਾ ਸੀ। ਸੰਗਤ ਹੀ ਨਾਲ ਸੀ ਪਿੱਛੇ ਸਾਰੀ, ਔਰ ਕੀਰਤਨ ਕਰਦੀ ਬਰਾਤ ਗਈ। ਉਹ ਸੱਜਣ ਕਿੱਦਾਂ ਦਾ ਹੈ, ਕਿਸੇ ਨੂੰ ਉਹ ਚੰਗਾ ਲੱਗਦਾ, ਕਿਸੇ ਨੂੰ ਨਹੀਂ ਚੰਗਾ ਲੱਗਦਾ, ਪਰ ਉਹਦੇ ਜੀਵਨ ਦਾ ਇਹ ਪੱਖ ਮੈਨੂੰ ਬੜਾ ਵਧੀਆ ਲੱਗਿਆ। ਉਹ ਹੈ ਪ੍ਰੋਫੈਸਰ ਦਰਸ਼ਨ ਸਿੰਘ, ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ। ਜਿੱਦਣ ਉਹਨਾਂ ਦੀ ਬਰਾਤ ਚੜ੍ਹੀ ਸੀ, ਸਾਰੇ ਰਸਤੇ ਸੰਗਤ ਕੀਰਤਨ ਕਰਦੀ ਗਈ ਸੀ। ਹੋਰ ਇਤਿਹਾਸ 'ਚ ਮੈਨੂੰ ਕੋਈ ਮਿਲੀ ਨਹੀਂ, ਜੇ ਹੋਵੇ ਤੇ ਮੈਨੂੰ ਜ਼ਰੂਰ ਦੱਸਿਆ ਜੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਪੈ ਨਹੀਂ ਜਾਕੇ, ਕੰਚਨ ਮਾਟੀ ਮਾਨੇ। ਇਹਦਾ ਮਤਲਬ ਇਹ ਨਹੀਂ ਉਹ ਸਿੱਖ ਸੋਨੇ ਨੂੰ ਮਿੱਟੀ ਸਮਝਦਾ ਹੈ ਤੇ ਚਿਮਟੇ ਨਾਲ ਫੜ ਫੜ ਕੇ ਘਰੋਂ ਸੋਨੇ ਨੂੰ ਬਾਹਰ ਸੁੱਟਦਾ ਹੈ, ਮਿੱਟੀ ਨਾਲ ਹੱਥ ਨੂੰ ਖਰਾਬ ਕਰਨੇ। ਸੋਨੇ ਨੂੰ ਮਿੱਟੀ ਸਮਝਦਾ, ਭਾਵ ਦੂਜੇ ਦੇ ਸੋਨੇ ਨੂੰ ਮਿੱਟੀ ਸਮਝਦਾ, ਉਹਦੀ ਕੀਮਤੀ ਚੀਜ਼ ਹੈ, ਇਹ ਮੇਰੀ ਨਹੀਂ ਹੈ, ਮੇਰੇ ਲਈ ਮਿੱਟੀ ਬਰਾਬਰ ਹੈ, ਭਾਵ ਕਿਸੇ ਗਰੀਬ ਦਾ ਹੱਕ ਨਹੀਂ ਮਾਰਦਾ। ਉਹ ਸੁੱਖ ਤੋਂ ਵੀ ਉੱਚਾ ਉੱਠ ਗਿਆ, ਦੁੱਖ ਤੋਂ ਵੀ ਉੱਚਾ ਉੱਠ ਗਿਆ। ਉਹਦੀ ਅਵਸਥਾ ਇਸ ਤਰ੍ਹਾਂ ਦੀ ਹੋ ਗਈ, ਉਹਨੂੰ ਪਤਾ ਚੱਲ ਗਿਆ ਸੁੱਖ ਦੁੱਖ ਤੇ ਜੀਵਨ ਦੇ ਵਰਤਾਰੇ ਨੇ, ਪਰ ਜੇ ਮੈਂ ਮੈਂਟਲੀ ਸਟੇਬਲ ਹਾਂ ਤੇ ਨਾ ਮੈਨੂੰ ਦੁੱਖ ਸਤਾ ਸਕੇਗਾ, ਨਾ ਸੁੱਖ ਸਤਾ ਸਕੇਗਾ। ਅਸੀਂ ਜ਼ਿੰਦਗੀ ਦੇ ਵਿੱਚ ਖੋਜ ਕਰਦੇ ਹਾਂ ਕਿ ਹਰ ਕੀਮਤੀ ਚੀਜ਼ ਮਿਲੇ। ਆਈਫੋਨ ਤੇ ਹਰ ਕੋਈ ਚਾਹੁੰਦਾ ਹੈ, ਆਈਫੋਨ ਦੀ ਖੋਜ ਤੇ ਹਰ ਕੋਈ ਕਰ ਰਿਹਾ ਵੀ ਕਿਹੜਾ ਲੇਟੈਸਟ ਮਾਡਲ ਆ ਰਿਹਾ ਮੈਂ ਲਵਾਂ। ਆਈ ਦੀ ਖੋਜ ਕੌਣ ਕਰ ਰਿਹਾ ਕਿ ਮੈਂ ਕੀ ਹਾਂ, ਜੋ ਮੈਂ ਹਾਂ ਉਹਦੇ ਨਾਲ ਸੰਬੰਧਿਤ ਸੁੱਖ ਦੁੱਖ ਨੇ, ਮਨ ਦੇ ਉੱਪਰ ਡਿਪੈਂਡੈਂਟ ਨੇ ਸੁੱਖ ਦੁੱਖ, ਕਿ ਮੇਰਾ ਮਨ ਸਟੇਬਲ ਹੈ ਕਿ ਨਹੀਂ। ਸੁੱਖ ਤੇ ਦੁੱਖ ਸੰਸਾਰ ਵਿੱਚ ਬਰਾਬਰ ਹੀ ਨੇ, ਬਰਾਬਰ ਵਰਤਾਰਾ ਵਰਤਾ ਰਹੇ ਨੇ। ਸਮਾਜ ਸਾਨੂੰ ਸੁੱਖ ਦੁੱਖ ਨਹੀਂ ਦੇ ਰਿਹਾ, ਮੇਰਾ ਮਨ ਸੁੱਖ ਦੁੱਖ ਇਕੱਠੇ ਕਰਦਾ ਹੈ। ਸੁੱਖ ਇਕੱਠੇ ਕਰਨੇ ਨੇ ਤਾਂ ਵੀ ਇਹਦੇ ਹੱਥ ਵਿੱਚ ਹੈ, ਦੁੱਖ ਇਕੱਠੇ ਕਰਨੇ ਤਾਂ ਵੀ ਇਹਦੇ ਹੱਥ 'ਚ ਹੈ। ਮਨ ਨੇ ਆਨੰਦ ਲੈਣਾ ਹੈ, ਉਹ ਵੀ ਇਹਦੇ ਹੱਥ 'ਚ ਹੈ। ਮਨ ਨੇ ਚਿੰਤਾ ਦੇ ਵਿੱਚ ਗ੍ਰਸਤ ਹੋਣਾ ਹੈ, ਉਹ ਵੀ ਇਹਦੇ ਹੱਥ ਵਿੱਚ ਹੈ। ਇਹਨੇ ਇਕੱਠਾ ਕੀ ਕਰਨਾ? ਮੂੰਹ ਵਿੱਚ 32 ਦੰਦ ਨੇ, ਇੱਕ ਟੁੱਟ ਗਿਆ। ਹੁਣ ਜੀਵ ਨੇ ਕੀ ਕਰਨਾ ਹੈ? ਜੀਵ ਕੀ ਕਰਦੀ ਹੈ? ਜਿੱਥੇ ਦੰਦ ਨਹੀਂ ਉੱਥੇ ਬਾਰ-ਬਾਰ ਜਾ ਕੇ ਲੱਗਦੀ ਵੀ ਇੱਥੇ ਮੇਰੇ ਕੋਲ ਦੰਦ ਨਹੀਂ ਹੈ। ਜਿਹੜੇ 31 ਹਨ ਉਹਨਾਂ ਦੀ ਪਰਵਾਹ ਨਹੀਂ ਕਰਦੀ। ਸਾਨੂੰ ਵੀ 31 ਸੁੱਖ ਮਿਲ ਜਾਣਾ, ਅਸੀਂ ਉਹਦੀ ਪਰਵਾਹ ਨਹੀਂ ਕਰਦੇ, 31 ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਜਿਹੜੀ 32 ਵੀ ਸਾਡੇ ਕੋਲ ਨਹੀਂ, ਅਸੀਂ ਉਹਦੇ ਬਾਰੇ ਸੋਚੀ ਚਲੇ ਜਾਂਦੇ ਹਾਂ, ਸੋਚੀ ਚਲੇ ਜਾਂਦੇ ਹਾਂ। ਉਹ ਚਿੰਤਾ ਰੋਗ ਬਣ ਜਾਂਦੀ ਹੈ। ਤਾਂ ਹੀ ਇੱਕ ਅਰਬੀ ਦੇ ਵਿਦਵਾਨ ਨੇ ਬੜਾ ਵਧੀਆ ਕਿਹਾ, ਯਕ ਮੁਕ ਦੀਦਮ ਨਾ ਪਾਏ ਨਾ ਪਰ, ਨਾ ਇਸ਼ਕ में मादर ना तुख में पिदर, ना जेरे आसमान ना सरे जमीन, हमेशा बखोर दे गोश्त आदमी। यक मुर्ग दीदम, मैं एक पंछी देखिਆ, ਨਾ ਪਾਏ ਨਾ ਪਰ, ਉਹਦੇ ਨਾ ਪਰ ਨੇ ਨਾ ਉਹਦੇ ਪੈਰ ਨੇ। ਨਾ ਇਸ਼ਕ में मदर ना तुख में पिदर, ਨਾ ਉਹਦੀ ਮਾਂ ਹੈ ਨਾ ਉਹਦਾ ਪਿਤਾ ਉਸ ਪੰਛੀ ਦਾ। ਨਾ ਜ਼ੇਰੇ ਆਸਮਾਨ ਨਾ ਸਰੇ ਜ਼ਮੀਨ, ਨਾ ਆਸਮਾਨ ਦੇ ਥੱਲੇ ਉੱਡਦਾ ਨਾ ਜ਼ਮੀਨ ਦੇ ਉੱਪਰ ਰਹਿੰਦਾ। ਪਲਦਾ ਕਿਵੇਂ ਆ? ਹਮੇਸ਼ਾ ਬਖੌਰ ਗੋਸ਼ਤ ਦੇ ਆਦਮੀ, ਪਰ ਉਹ ਆਦਮੀ ਦਾ ਹਮੇਸ਼ਾ ਗੋਸ਼ਤ ਖਾ ਕੇ ਜਿਉਂਦਾ ਹੈ। ਉਸ ਪੰਛੀ ਦਾ ਨਾਮ ਹੈ ਚਿੰਤਾ। ਯਾਦ ਰੱਖਿਓ, ਮਨ ਬਾਰੇ 3 ਗੱਲਾਂ ਜਾਣਨੀਆਂ ਬਹੁਤ ਜ਼ਰੂਰੀ ਨੇ। 3 ਗੱਲਾਂ। ਪਹਿਲੀ ਗੱਲ, ਮਨ ਨੂੰ ਜਾਣਨਾ, ਜੋ ਸਾਡੇ ਸਭ ਤੋਂ ਨੇੜੇ ਹੈ, ਪਰ ਫਿਰ ਵੀ ਇੰਨਾ ਅਗਿਆਤ ਅਸੀਂ ਨੂੰ ਜਾਣ ਨਹੀਂ ਪਾ ਰਹੇ ਹਾਂ। ਦੂਜੀ ਚੀਜ਼, ਮਨ ਨੂੰ ਬਦਲਣਾ, ਜੋ ਬੜਾ ਜਿੱਦੀ ਹੈ, ਬੜਾ ਹੱਠੀ ਹੈ, ਹੁਣੇ ਹੀ ਬਦਲਣ ਵਾਸਤੇ ਕਾਹਲਾ ਹੈ, ਪਰ ਇਹਨੂੰ ਬਦਲਣਾ ਔਖਾ ਹੈ। ਤੀਜੀ ਚੀਜ਼, ਮਨ ਨੂੰ ਮੁਕਤ ਕਰਨਾ, ਜਿਹੜਾ ਪੂਰਾ ਬੰਧਨ ਦੇ ਵਿੱਚ ਹੈ ਤੇ ਹੁਣੇ ਮੁਕਤ ਹੋਣਾ ਚਾਹੁੰਦਾ ਹੈ। ਇਹਨਾਂ 3 ਚੀਜ਼ਾਂ ਲਈ ਇੱਕ ਕੰਮ ਕਰਨਾ ਕਾਫੀ ਹੈ, ਮਨ ਨੂੰ ਜਾਣਨਾ। ਮਨ ਨੂੰ ਜਾਣ ਲਿਆ, 2 ਕੰਮ ਆਪੇ ਹੋ ਜਾਣਗੇ। ਮਨ ਨੂੰ ਬਦਲਣਾ ਤੇ ਮਨ ਨੂੰ ਮੁਕਤ ਕਰਨਾ ਆਪੇ ਹੋ ਜਾਣਗੇ। ਜਾਣਨਾ ਕਾਫੀ ਹੈ ਮਨ ਹੈ ਕੀ। ਔਰ ਜੇ ਮਨ ਨੂੰ ਜਾਣਨਾ ਹੈ ਤੇ ਉਹਦੇ ਲਈ ਇੱਕ ਚੀਜ਼ ਜਾਣਨੀ ਹੋਰ ਜ਼ਰੂਰੀ ਹੈ। ਜਿਵੇਂ ਹੈਡ ਐਂਡ ਟੇਲ ਮਿਲ ਕੇ ਸਿੱਕਾ ਇੱਕੋ ਹੀ ਹੈ, ਉਹਦੇ ਹੀ 2 ਪਾਸੇ ਨੇ। ਏਦਾਂ ਹੀ ਸਰੀਰ ਤੇ ਮਨ
ਇੱਕੋ ਹੀ ਨੇ, ਸਿਰਫ ਦੋ ਪਾਸੇ ਨੇ ਸਿੱਕੇ ਦੇ। ਬੋਡੀ ਐਂਡ ਮਾਈਂਡ ਅਸੀਂ ਅਲੱਗ ਤੇ ਕਰੀ ਬੈਠੇ ਹਾਂ, ਪਰ ਜੇ ਬਹੁਤ ਡੀਪ ਜਾ ਕੇ ਦੇਖੋਗੇ ਤੇ ਇਹ ਇੱਕ ਹੀ ਨੇ, ਦੋ ਨਹੀਂ ਹਨ। ਏਦਾਂ ਕਹਿ ਲਓ, ਜਿਹੜੀ ਸਾਡੀ ਬੋਡੀ ਹੈ, ਜਿਹੜਾ ਸਾਡਾ ਸਰੀਰ ਹੈ, ਉਹ ਨਜ਼ਰ ਆਉਣ ਵਾਲਾ ਮਨ ਹੈ। ਬੋਡੀ ਵਿਜ਼ੀਬਲ ਮਾਈਂਡ ਹੈ, ਤੇ ਜਿਹੜਾ ਮਨ ਹੈ ਉਹ ਇਨਵਿਜ਼ੀਬਲ ਬੋਡੀ ਹੈ। ਸਾਡਾ ਮਾਈਂਡ ਜਿਹੜਾ ਹੈ ਉਹ ਨਾ ਨਜ਼ਰ ਆਉਣ ਵਾਲਾ ਸਰੀਰ ਹੈ। ਬਸ ਇੰਨਾ ਕੁ ਸਮਝ ਲਓ, ਕਾਫੀ ਹੈ। ਏਦਾਂ ਕਹਿ ਲਓ ਵੀ ਇੱਕ ਹਾਰਡਵੇਅਰ, ਇੱਕ ਸੌਫਟਵੇਅਰ ਹੈ। ਹੁਣ ਲੱਗੇਗਾ ਵੀ ਹਾਰਡਵੇਅਰ ਤੇ ਵੱਖਰਾ ਹੁੰਦਾ ਹੈ ਤੇ ਸੌਫਟਵੇਅਰ ਤੇ ਵੱਖਰਾ ਹੁੰਦਾ ਹੈ, ਤੇ ਦੋ ਹੁੰਦੇ ਨੇ। ਅਸੀਂ ਕਹਿੰਦੇ ਨਾ ਵੀ ਦੋ ਨੇ, ਹਾਰਡਵੇਅਰ ਜਿਹੜਾ ਉਹ ਵੱਖਰਾ ਹੈਗਾ, ਸੌਫਟਵੇਅਰ ਜਿਹੜਾ ਉਹ ਵੱਖਰਾ ਹੈਗਾ। ਅਸੀਂ ਇਹ ਗੱਲ ਕਹਿੰਦੇ ਆ, ਪਰ ਹਾਰਡਵੇਅਰ ਤੇ ਸੌਫਟਵੇਅਰ ਸਾਡੇ ਕਹਿਣ ਨੂੰ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ, ਪਰ ਅਸਲ ਵਿੱਚ ਇਹ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹਨ। ਜੇ ਡੀਪ ਜਾ ਕੇ ਦੇਖਿਆ ਜਾਵੇ, ਬਹੁਤ ਡੀਪ, ਤਾਂ ਇੱਕ ਹੀ ਹੈ। ਕਿਵੇਂ? ਇੱਕ ਕਿਵੇਂ ਹੈ? ਮੈਂ ਥੋੜੀ ਜਿਹੀ ਉਦਾਹਰਨ ਦੇ ਦਿੰਦਾ। ਹਾਰਡਵੇਅਰ ਤੇ ਸੌਫਟਵੇਅਰ ਜਿੰਨਾ ਵੀ ਸੌਫਟਵੇਅਰ ਹੈ, ਏਦਾਂ ਕਹਿ ਲਓ ਵੀ ਹਾਰਡਵੇਅਰ ਦੇ ਉੱਪਰ ਖੜਾ ਹੈ। ਜਿੰਨਾ ਸੌਫਟਵੇਅਰ ਹੈ ਨਾ, ਉਹ ਹਾਰਡਵੇਅਰ ਦੇ ਉੱਪਰ ਟਿਕਿਆ ਹੋਇਆ ਹੈ। ਹਾਰਡਵੇਅਰ ਨਾ ਹੋਵੇ ਤਾਂ ਸੌਫਟਵੇਅਰ ਬਣ ਨਹੀਂ ਸਕਦਾ। ਡੀਪ ਲੈਵਲ ਦੇ ਵਿੱਚ ਹਾਰਡਵੇਅਰ ਹੀ ਸੌਫਟਵੇਅਰ ਹੈ। ਅਸਲ ਵਿੱਚ ਹਾਰਡਵੇਅਰ ਨੂੰ ਹੀ ਇੱਕ ਖਾਸ ਤਰੀਕੇ ਨਾਲ ਪ੍ਰੋਗਰਾਮ ਕੀਤਾ ਹੋਇਆ ਹੈ। ਜਿਹੜਾ ਹਾਰਡਵੇਅਰ ਨੂੰ ਪ੍ਰੋਗਰਾਮ ਕੀਤਾ ਹੋਇਆ, ਉਹਦਾ ਨਾਮ ਹੈ ਸੌਫਟਵੇਅਰ। ਦਿਮਾਗ ਸਾਡਾ ਹਾਰਡਵੇਅਰ ਹੈ, ਉਹਦੇ ਵਿਚਲੀ ਜਿਹੜੀਆਂ ਵਿਚਾਰਾਂ ਨੇ, ਦਿਮਾਗ ਦੀ ਜਿਹੜੀ ਐਕਟੀਵਿਟੀ ਹੈ, ਉਸ ਐਕਟੀਵਿਟੀ ਦਾ ਨਾਮ ਹੈ ਮਨ। ਉਸ ਐਕਟੀਵਿਟੀ ਨੂੰ ਅਸੀਂ ਮਾਈਂਡ ਕਹਿ ਦਿੱਤਾ। ਇਹ ਵੱਖ ਨਹੀਂ ਹੈ, ਹਾਰਡਵੇਅਰ ਤੋਂ ਵੱਖ ਨਹੀਂ ਹੈ, ਬੋਡੀ ਦਾ ਹੀ ਇੱਕ ਪਾਰਟ ਹੈ। ਔਰ ਦਿਮਾਗ ਦੀ ਸਿਰਫ ਇੱਕੋ ਐਕਟੀਵਿਟੀ ਨਹੀਂ ਹੁੰਦੀ, ਇੱਕੋ ਹੀ ਕਿਰਿਆ ਨਹੀਂ ਹੁੰਦੀ। ਦਿਮਾਗ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਨੇ। ਦਿਮਾਗ ਦੀ ਇੱਕ ਐਕਟੀਵਿਟੀ ਦਾ ਨਾਮ ਹੈ ਮਨ, ਇੱਕ ਐਕਟੀਵਿਟੀ ਦਾ ਨਾਮ ਹੈ ਬੁੱਧੀ, ਇੱਕ ਐਕਟੀਵਿਟੀ ਦਾ ਨਾਮ ਹੈ ਚਿੱਤ, ਇੱਕ ਐਕਟੀਵਿਟੀ ਦਾ ਨਾਮ ਹੈ ਸੁਰਤ। ਬਹੁਤ ਸਾਰਾ ਕੁਝ ਚੱਲ ਰਿਹਾ ਏਦਾਂ। ਇੱਕ ਐਕਟੀਵਿਟੀ ਹੈ ਅਹਮ। ਇਹ ਦਿਮਾਗ ਦੀਆਂ ਕਿਰਿਆਵਾਂ ਨੇ। ਮੰਨੋ ਮੇਰੇ ਅੰਦਰ ਵਿਚਾਰ ਆਇਆ, ਮੈਂ ਚਾਹ ਪੀਵਾਂ। ਵਿਚਾਰ ਆਇਆ, ਹੁਣ ਵਿਚਾਰ ਕਿੱਥੋਂ ਆਇਆ? ਆਸਮਾਨ ਚੋਂ ਡਿੱਗ ਗਿਆ, ਜਾਂ ਕਿਸੇ ਰੁੱਖ ਦੇ ਨਾਲ, ਪੇੜ ਦੀ ਟਾਹਣੀ ਨਾਲ ਲੱਗਿਆ ਹੋਇਆ ਸੀ? ਅੰਦਰੋਂ ਹੀ ਆਇਆ ਨਾ ਮੇਰੇ। ਤੇ ਕਿੱਥੋਂ ਆਇਆ ਵਿਚਾਰ? ਦਿਮਾਗ ਦੀ ਜਿਹੜੀ ਪ੍ਰਤੀਕਿਰਿਆ ਹੈ, ਉਹਦੇ ਵਿੱਚ ਇੱਕ ਵਿਚਾਰ ਉੱਠਿਆ, ਮੈਂ ਚਾਹ ਪੀਵਾਂ। ਉਸ ਵਿਚਾਰ ਦਾ ਨਾਮ ਹੈ ਮਨ। ਦਿਮਾਗ ਦੀ ਐਕਟੀਵਿਟੀ ਹੋਗੀ ਨਾ। ਫਿਰ ਮੈਂ ਸੋਚਿਆ ਵੀ 1 ਘੰਟਾ ਪਹਿਲਾਂ ਤਾਂ ਚਾਹ ਪੀਤੀ ਹੈ। ਉਹ ਹੈ ਦਿਮਾਗ ਦੀ ਦੂਜੀ ਐਕਟੀਵਿਟੀ, ਮੈਮਰੀ, ਚਿੱਤ। ਉਹਨੇ ਰਿਸਟੋਰ ਕਰਕੇ ਰੱਖਿਆ ਸੀ ਚਿੱਤ ਦੇ ਵਿੱਚ ਵੀ 1 ਘੰਟਾ ਪਹਿਲਾਂ ਤੂੰ ਚਾਹ ਪੀ ਲਈ। ਉਹਨੇ ਮੈਮਰੀ ਕੱਢ ਕੇ ਸਾਹਮਣੇ ਰੱਖਤੀ ਵੀ ਤੂੰ ਤਾਂ ਪੀ ਚੁੱਕਿਆ ਮੈਂ। ਹੁਣ ਇੱਕ ਤੀਜੀ ਐਕਟੀਵਿਟੀ ਹੈ, ਉਹ ਹੈ ਬੁੱਧੀ। ਫਿਰ ਬੁੱਧੀ ਨਿਰਣਾ ਕਰੇਗੀ ਵੀ ਹੁਣ ਦੁਬਾਰਾ ਪੀ ਲਵਾਂ ਕਿ ਨਾ ਪੀਵਾਂ, ਪੀਣੀ ਚਾਹੀਦੀ ਕਿ ਨਹੀਂ ਪੀਣੀ ਚਾਹੀਦੀ। ਡਾਕਟਰ ਨੇ ਮਨਾ ਤੇ ਨਹੀਂ ਕੀਤਾ, ਜ਼ਿਆਦਾ ਚਾਹ ਖਰਾਬ ਤੇ ਨਹੀਂ ਕਰੇਗੀ, ਜਾਂ ਦਿਮਾਗੀ ਕੰਮ ਕਰ ਰਿਹਾ, ਪੜ੍ਹ ਰਿਹਾ, ਲੋੜ ਹੈ ਚਾਹ ਦੀ ਹੁਣ, ਤਾਂ ਕਿ ਥੋੜਾ ਐਕਟਿਵ ਹੋ ਜਾਵਾਂ। ਉਹ ਹੈ ਬੁੱਧੀ। ਦਿਮਾਗ ਦੀ ਇੱਕ ਐਕਟੀਵਿਟੀ ਹੈ ਅਹੰ, ਕਿ ਮੈਂ ਹਾਂ, ਮੇਰੀ ਇੱਕ ਵੱਖਰੀ ਹੋਂਦ ਹੈ। ਦਿਮਾਗ ਦੀਆਂ ਐਕਟੀਵਿਟੀਆਂ ਨੇ ਸਾਰੀਆਂ ਇਹ। ਤੇ ਦਿਮਾਗ ਹੈ ਹਾਰਡਵੇਅਰ, ਤੇ ਉਹਦੀ ਜਿਹੜੀ ਐਕਟੀਵਿਟੀ ਦਾ ਜਿਹੜਾ ਪ੍ਰੋਗਰਾਮ ਹੈ, ਉਹਨੂੰ ਅਸੀਂ ਕਹਿ ਦਿੱਤਾ ਮਨ, ਚਿੱਤ, ਬੁੱਧੀ, ਅਹਮ। ਕੋਈ ਨਾਮ ਲੈ ਲਓ। ਕਿੰਨੇ ਤਰੀਕੇ ਨੇ ਇਹਦੇ ਵਿੱਚ। ਮਨ ਅਲੱਗ ਚੀਜ਼ ਹੈ, ਬੁੱਧੀ ਅਲੱਗ ਚੀਜ਼ ਹੈ, ਚਿੱਤ ਅਲੱਗ ਚੀਜ਼ ਹੈ, ਅਹਮ ਅਲੱਗ ਚੀਜ਼ ਹੈ। ਇਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਜੋੜ ਦਿੱਤੀਆਂ ਜਾਂਦੀਆਂ ਨੇ, ਜ਼ਮੀਰ, ਅੰਤःਕਰਨ, ਸੁਰਤ, ਸੁੱਧ ਬੁੱਧ, ਕਿੰਨਾ ਕੁਝ ਜੋੜ ਦਿੱਤਾ ਜਾਂਦਾ ਹੈ। ਏਦਾਂ ਕਹਿ ਲਓ ਵੀ ਸਰੀਰ ਤੇ ਮਨ ਇੱਕ ਦੂਜੇ ਨਾਲ ਜੁੜੇ ਹੋਏ ਨੇ, ਅਲੱਗ ਨਹੀਂ। ਇਸੇ ਕਰਕੇ ਜੋ ਤੁਸੀਂ ਆਪਣੇ ਸਰੀਰ ਨਾਲ ਕਰੋਗੇ, ਉਹਦਾ ਅਸਰ ਮਨ ਤੇ ਪਏਗਾ, ਜੋ ਮਨ ਨਾਲ ਕਰੋਗੇ, ਉਹਦਾ ਅਸਰ ਸਰੀਰ ਦੇ ਉੱਪਰ ਪਏਗਾ। ਇਹੀ ਕਾਰਨ ਦੁਨਿਆਵੀ ਚੀਜ਼ਾਂ ਦਾ ਸਾਡੇ ਮਨ ਦੇ ਉੱਪਰ ਪ੍ਰਭਾਵ ਪੈ ਜਾਂਦਾ ਹੈ। ਸਾਡੀ ਮਾਨਸਿਕ ਸੋਚਾਂ ਦਾ ਪ੍ਰਭਾਵ ਸਾਡੇ ਸਰੀਰ ਦੇ ਉੱਪਰ ਪੈ ਜਾਂਦਾ ਹੈ, ਤੇ ਕਿੰਨੇ ਰੋਗ ਸਾਡੇ ਸਰੀਰ 'ਚ ਪੈਦਾ ਹੋ ਜਾਂਦੇ ਨੇ ਸਿਰਫ ਮਾਨਸਿਕ ਰੋਗੀ ਹੋਣ ਕਰਕੇ। ਕਿੰਨੇ ਰੋਗ, ਦਮਾ ਇਹਦੇ ਨਾਲ ਪੈਦਾ ਹੁੰਦਾ ਹੈ, ਅਲਸਰ ਹੋ ਸਕਦਾ ਹੈ, ਅੰਤੜੀਆਂ 'ਚ ਜ਼ਖਮ ਹੋ ਸਕਦੇ ਨੇ, ਖੂਨੀ ਮਰੋੜ ਹੋ ਸਕਦੇ ਨੇ, ਦਾਦ ਹੋ ਸਕਦੀ ਹੈ, ਜਿਹੜਾ ਹਲਕਾਣਾ ਹੈਗਾ ਹੋ ਸਕਦਾ ਹੈ, ਐਗਜ਼ੀਮਾ ਹੋ ਸਕਦਾ ਹੈ, ਬੀਪੀ ਹੋ ਸਕਦਾ ਹੈ, ਸ਼ੂਗਰ ਹੋ ਸਕਦੀ ਹੈ, ਕਿਡਨੀਆਂ ਖਰਾਬ ਹੋ ਸਕਦੀਆਂ ਨੇ, ਡਰ ਪੈਦਾ ਹੋ ਸਕਦਾ ਹੈ, ਫੋਬੀਆ ਪੈਦਾ ਹੋ ਸਕਦਾ ਹੈ। 50-60% ਜਿਹੜੇ ਰੋਗ ਨੇ ਸਾਡੇ ਸਰੀਰ ਦੇ ਆਮ ਤੌਰ ਤੇ ਮਾਨਸਿਕ ਸਟ੍ਰੈਸ ਦੇ ਕਰਕੇ ਪੈਦਾ ਹੋ ਜਾਂਦੇ।
ਇਹਦੇ ਵਿੱਚ ਦਿਲ ਦੀ ਧੜਕਣ ਹੈ, ਪੇਟ 'ਚ ਗੈਸ ਹੋ ਜਾਣੀ, ਗਲੇ 'ਚ ਇੱਕ ਗੋਲਾ ਫਸ ਜਾਣਾ ਸੰਘ ਦੇ ਵਿੱਚ, ਵੀ ਮੇਰੇ ਅੰਦਰ ਕੋਈ ਗੋਲਾ ਜਿਹਾ ਫਸਿਆ ਗਲੇ 'ਚ, ਮਾਈਗ੍ਰੇਨ ਹੋਣਾ, ਕਬਜ਼ ਹੋਣੀ, ਉਨੀਂਦਰਾ ਹੋਣਾ ਜਾਂ ਸਰਵਾਈਕਲ ਹੋਣੀ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਸਰੀਰ ਤੇ ਮਨ ਇਹ ਦੋਨੋਂ ਆਪਸ 'ਚ ਜੁੜੇ ਹੋਏ ਨੇ, ਇਹਨਾਂ ਦੋਨਾਂ ਦਾ ਇੱਕ ਦੂਜੇ ਉੱਪਰ ਸੰਬੰਧ ਪੈਂਦਾ, ਫਰਕ ਪੈਂਦਾ ਹੈ, ਇੱਕ ਦੂਜੇ ਦਾ ਪ੍ਰਭਾਵ ਦੋਨਾਂ ਤੇ ਪੈਂਦਾ ਹੈ। ਮੈਂ ਇੱਕ ਦੋ ਉਦਾਹਰਨਾਂ ਦੇ ਦਿੰਦਾ ਵਾਂ। ਮੌਸਮ ਵਧੀਆ ਹੋਵੇ ਨਾ ਤੇ ਬੜਾ ਸੋਹਣਾ ਲੱਗਦਾ ਹੈ, ਸਰੀਰ ਨੂੰ ਠੰਡੀ ਠੰਡੀ ਹਵਾ ਲੱਗਦੀ ਹੋਵੇ ਤੇ ਮਨ ਐ ਖੁਸ਼ ਹੋ ਜਾਂਦਾ, ਖੇੜੇ 'ਚ ਆ ਜਾਂਦਾ ਹੈ। ਹੁਣ ਹਵਾ ਤੇ ਲੱਗੀ ਸਰੀਰ ਨੂੰ, ਮਨ ਕਿਉਂ ਖੇੜੇ 'ਚ ਆ ਗਿਆ? ਪਹਾੜਾਂ ਤੇ ਚਲੇ ਗਏ, ਸਰੀਰ ਗਿਆ ਨਾ ਪਹਾੜਾਂ ਤੇ, ਅੱਖਾਂ ਨੇ ਦੇਖਿਆ ਪਹਾੜਾਂ ਨੂੰ, ਅੱਖਾਂ ਨੇ ਦੇਖਿਆ ਰੁੱਖਾਂ ਨੂੰ, ਅੱਖਾਂ ਨੇ ਦੇਖਿਆ ਖਿੜੇ ਹੋਏ ਫੁੱਲਾਂ ਨੂੰ, ਅੱਖਾਂ ਨੇ ਚਿੜੀਆਂ ਨੂੰ ਦੇਖਿਆ, ਤਿਤਲੀਆਂ ਨੂੰ ਉੜਦਿਆਂ ਦੇਖਿਆ, ਭੰਵਰਿਆਂ ਨੂੰ ਦੇਖਿਆ, ਕੰਨਾਂ ਨੇ ਭੰਵਰਿਆਂ ਦੀ ਗੁਜ਼ਾਰ ਸੁਣੀ, ਕੰਨਾਂ ਨੇ ਚਿੜੀਆਂ ਦੇ ਮਿੱਠੇ ਗੀਤ ਸੁਣੇ, ਨਦੀਆਂ ਦਾ ਕਲਕਲ ਵਹਿੰਦਾ ਨਾਦ, ਝਰਨਿਆਂ ਦਾ ਨਾਦ ਸੁਣਿਆ, ਕੰਨਾਂ ਨੇ ਸੁਣਿਆ, ਅੱਖਾਂ ਨੇ ਦੇਖਿਆ, ਖੁਸ਼ ਮਨ ਹੋ ਗਿਆ, ਵਾਹ ਕੀ ਬਾਤ ਹੈ ਨਾ। ਜਾਂ ਪਹਾੜਾਂ 'ਚ ਨਾ ਜਾਓ, ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਨਹਾ ਕੇ ਅੱਜ ਨਵੇਂ ਕੱਪੜੇ ਪਾ ਲਓ, ਨਵਾਂ ਸੂਟ ਪਾ ਲਓ, ਵਧੀਆ ਕੱਪੜੇ ਪਾ ਲਓ ਤੇ ਸੋਹਣੇ ਕੇਸ ਵਾਹ ਕੇ ਸੋਹਣਾ ਬਣ ਕੇ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖੋ, ਤੁਹਾਡਾ ਮਨ ਖੁਸ਼ ਹੋ ਜਾਏਗਾ। ਜਦੋਂ ਨਵੇਂ ਅਸੀਂ ਕੱਪੜੇ ਪਾਣੇ ਅਸੀਂ ਖੁਸ਼ ਹੋ ਜਾਂਦੇ ਹਾਂ, ਕੱਪੜੇ ਤੇ ਪਾਏ ਚਮੜੀ ਦੇ ਉੱਪਰ, ਸਰੀਰ ਦੇ ਉੱਪਰ ਖੁਸ਼ ਮਨ ਹੋ ਗਿਆ, ਇਹਦਾ ਮਤਲਬ ਸਰੀਰ ਦੇ ਉੱਪਰ ਜੋ ਵਰਤਣਾ ਹੈ ਉਹਦਾ ਪ੍ਰਭਾਵ ਮਨ ਤੇ ਪੈਣਾ ਹੈ। ਇਸੇ ਕਰਕੇ ਮੰਨ ਲਓ ਕਿ ਕਿਸੇ ਇਸਤਰੀ ਨੇ ਸੋਹਣੇ ਕੱਪੜੇ ਪਾ ਲਏ, ਅੱਜ ਉਹਨੇ ਜਿਊਲਰੀ ਕੱਢ ਕੇ ਪਾਈ, ਗੋਲਡ ਦੇ ਗਹਿਣੇ ਪਾ ਲਏ ਸੋਨੇ ਦੇ, ਤੇ ਅੱਜ ਉਹਦਾ ਮਨ ਖਿੜ ਉੱਠੇਗਾ। ਮਨ ਨੂੰ ਅੱਜ ਵਧੀਆ ਭੋਜਨ ਮਿਲ ਗਏ, ਵਧੀਆ ਭੋਜਨ ਖਾਦੇ, ਲਜ਼ੀਜ਼ ਪਕਵਾਨ, ਅੱਜ ਪੂੜੀਆਂ ਛੋਲੇ ਮਿਲ ਗਏ, ਅੱਜ ਹਲਵਾ ਮਿਲ ਗਿਆ, ਪੇਟ ਭਰ ਗਿਆ, ਮਨ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਤੇ ਜੇ ਲੱਗੀ ਹੋਵੇ ਭੁੱਖ, ਖਾਣ ਨੂੰ ਕੁਛ ਨਾ ਮਿਲੇ, ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਪੇਟ ਨੂੰ ਰੋਟੀ ਨਹੀਂ ਮਿਲੀ, ਪੇਟ ਦੀ ਪੀੜ ਤੋਂ, ਭੁੱਖ ਦੀ ਪੀੜ ਤੋਂ ਬੇਆਰਾਮੀ ਹੋਈ, ਬੇਆਰਾਮੀ ਤੋਂ ਬੇਚੈਨੀ ਹੋ ਗਈ, ਪਾਚਨ ਸ਼ਕਤੀ ਸੁੰਗੜਨੀ ਸ਼ੁਰੂ ਹੋ ਗਈ, ਮਸਲ ਪਾਚਨ ਸ਼ਕਤੀ ਦੇ ਸੁੰਗੜਨੇ ਸ਼ੁਰੂ ਹੋ ਗਏ ਤੇ ਮਨ ਜਿਹੜਾ ਉਹ ਬੇਚੈਨ ਹੋ ਉੱਠਿਆ, ਮਨ ਜਿਹੜਾ ਅਸ਼ਾਂਤ ਹੋ ਗਿਆ। ਪੈਰ ਤੇ ਸੱਟ ਲੱਗੀ, ਸੱਟ ਤੇ ਪੈਰ ਤੇ ਲੱਗੀ ਪਰ ਮਨ ਦੁਖੀ ਹੋ ਰਿਹਾ ਹੈ। ਇਸੇ ਤਰ੍ਹਾਂ ਅਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਗਏ, ਉਹਨੇ ਜਾ ਕੇ ਸਾਡੇ ਸਾਹਮਣੇ ਮੀਨੂ ਰੱਖਿਆ, ਅਸੀਂ ਉਸ ਮੀਨੂ ਨੂੰ ਪੜ੍ਹਿਆ, ਲਜ਼ੀਜ਼ ਪਕਵਾਨ ਪੜ੍ਹਦਿਆਂ ਵੀ ਆਹ ਚੀਜ਼ਾਂ ਨੇ, ਸਾਡੇ ਮੂੰਹ 'ਚ ਪਾਣੀ ਆ ਜਾਂਦਾ, ਲਾਲ ਟੱਪ ਜਾਂਦੀ ਹੈ, ਹਜੇ ਰੋਟੀ ਆਈ ਨਹੀਂ ਸਾਹਮਣੇ। ਅਸੀਂ ਤੇ ਸਿਰਫ ਉਸ ਕਾਗਜ਼ ਦੇ ਉੱਪਰ ਲਿਖੇ ਹੋਏ ਕਾਲੇ ਅੱਖਰ ਹੀ ਪੜ੍ਹੇ ਨਾ, ਉਹ ਕਾਲਾ ਜਿਹੜਾ ਰੰਗ ਲੱਗਿਆ ਸੀ, ਕਾਲੇ ਅੱਖਰ ਸੀ, ਉਹਨਾਂ ਨੂੰ ਪੜ੍ਹਿਆ ਤੇ ਮੂੰਹ 'ਚ ਪਾਣੀ ਕਿਉਂ ਆ ਗਿਆ? ਕਿਉਂਕਿ ਇਹਦਾ ਪ੍ਰਭਾਵ ਮਨ ਤੱਕ ਪਹੁੰਚ ਗਿਆ। ਮਨ ਨੇ ਸੋਚਿਆ ਵੀ ਅੱਜ ਆਹ ਚੀਜ਼ਾਂ ਖਾਣ ਨੂੰ ਮਿਲਣਗੀਆਂ, ਤਿਆਰੀ ਕਰ ਲਓ। ਮਨ ਨੇ ਜੀਭ ਨੂੰ ਆਰਡਰ ਦਿੱਤਾ ਕਿ ਤੂੰ ਤਿਆਰ ਹੋ ਜਾ, ਉਹਨੇ ਲਾਰ ਬਣਾਉਣੀ ਸ਼ੁਰੂ ਕਰ ਦਿੱਤੀ। ਕੋਈ ਖਾਣਾ ਖਾਣਾ ਹੈ ਨਾ, ਤੇ ਖਾਣਾ ਖਾਣ ਵਾਸਤੇ ਲਾਰ ਬਹੁਤ ਜ਼ਰੂਰੀ ਹੈ। ਸਰੀਰ ਦਾ ਅਸਰ ਮਨ ਤੇ ਹੋ ਗਿਆ, ਮਨ ਦਾ ਅਸਰ ਸਰੀਰ ਤੇ ਜੇ ਦੰਦ ਦਰਦ ਹੋਵੇ ਤੇ ਮਠਿਆਈਆਂ ਸਾਹਮਣੇ ਰੱਖ ਦੋ ਵੀ ਖਾ ਲੈ, ਉਹ ਵੀ ਸਵਾਦ ਨਹੀਂ ਲੱਗਦੀਆਂ। ਦੋਨੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ। ਬਿਲਕੁਲ ਇਸੇ ਤਰ੍ਹਾਂ ਮਨ ਦਾ ਅਸਰ ਵੀ ਸਰੀਰ ਤੇ ਪੈਂਦਾ ਹੈ, ਮਨ ਦਾ ਅਸਰ ਵੀ ਸਰੀਰ ਤੇ ਹੋ ਜਾਂਦਾ ਹੈ। ਕਿਵੇਂ? ਉਦਾਹਰਨ ਦੇ ਤੌਰ ਤੇ ਤੁਹਾਡਾ ਕੋਈ ਦੁਸ਼ਮਣ ਹੈ ਜਿੱਤੋਂ ਤੁਸੀਂ ਡਰਦੇ ਹੋ, ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਗਿਆ ਉਹ ਆਦਮੀ, ਤੁਹਾਡੇ ਦਿਮਾਗ ਨੇ ਤੱਕ ਸੰਦੇਸ਼ ਅੱਖਾਂ ਨੇ ਪਹੁੰਚਾ ਦਿੱਤਾ ਵੀ ਆਹ ਤੇਰਾ ਦੁਸ਼ਮਣ ਆ ਰਿਹਾ ਹੈ। ਅੱਖਾਂ ਨੇ ਸੀਨ ਅੰਦਰ ਪਹੁੰਚਾ ਦਿੱਤਾ, ਦਿਮਾਗ ਨੇ ਦੇਖਿਆ, ਦਿਮਾਗ ਨੇ ਪਛਾਣ ਲਿਆ ਇਹ ਤੇ ਮੇਰਾ ਦੁਸ਼ਮਣ ਹੈ। ਉਸ ਦਿਮਾਗ ਨੇ ਵਿੱਚੋਂ ਵਿਚਾਰ ਪੈਦਾ ਹੋਇਆ ਵੀ ਮੇਰਾ ਦੁਸ਼ਮਣ ਹੈ, ਉਹ ਹੈ ਮਨ, ਤੇ ਉਹਨੇ ਸੰਦੇਸ਼ ਦੇ ਦਿੱਤਾ ਸਰੀਰ ਨੂੰ ਵੀ ਆਹ ਜਿਹੜਾ ਮੇਰਾ ਦੁਸ਼ਮਣ ਹੈ ਜਿਹੜਾ ਆ ਰਿਹਾ ਹੈ। ਜਦੋਂ ਸਰੀਰ ਨੂੰ ਸੰਦੇਸ਼ ਦਿੱਤਾ, ਜਿਹੜੇ ਸਾਡੇ ਮਸਲ ਸੀ ਉਹ ਅਕੜਾ ਗਏ ਇੱਕੋਦਮ। ਸਾਡੇ ਜਿਹੜੇ ਪ੍ਰਾਣ ਅੰਗ ਸੀ, ਪ੍ਰਾਣ ਅੰਗ ਕਿਹੜੇ ਹੁੰਦੇ ਨੇ? ਜਿਵੇਂ ਦਿਲ ਹੋ ਗਿਆ, ਜਿਵੇਂ ਸਾਡੀਆਂ ਅੰਤੜੀਆਂ ਹੋ ਗਈਆਂ, ਸਾਡਾ ਪੇਟ ਹੋ ਗਿਆ, ਇਹ ਕੰਬਣੇ ਸ਼ੁਰੂ ਹੋ ਗਏ। ਇਹਨਾਂ ਸੰਦੇਸ਼ ਮਿਲ ਗਿਆ ਦਿਮਾਗ ਤੋਂ ਵੀ ਸਾਹਮਣੇ ਦੁਸ਼ਮਣ ਹੈ, ਹੁਣ ਖਤਰਾ ਹੈ। ਜਦੋਂ ਕਿਹਾ ਨਾ ਖਤਰਾ, ਤੇ ਉਹ ਸਰੀਰ ਦੇ ਅੰਗ ਜਿਹੜੇ ਨੇ ਮਸਲ ਸਟ੍ਰੈਸ ਦੇ ਵਿੱਚ ਆ ਗਏ, ਤਣਾਅ 'ਚ ਆ ਗਏ, ਸਖਤ ਹੋ ਗਏ। ਜਿਹੜੇ ਅੰਦਰ ਪ੍ਰਾਣ ਅੰਗ ਸੀ ਉਹ ਕੰਬਣੇ ਸ਼ੁਰੂ ਹੋ ਗਏ, ਕੰਬਣੀ ਸ਼ੁਰੂ ਹੋ ਗਈ, ਮੱਥੇ ਤੇ ਪਸੀਨਾ ਆ ਗਿਆ। ਫਿਰ ਇਹ ਜਿਹੜੇ ਸਾਡੇ ਮਸਲਸ ਨੇ, ਸਾਡੇ ਪ੍ਰਾਣ ਅੰਗ ਨੇ, ਫਿਰ ਇਹ ਵਾਪਸ ਖਬਰ ਭੇਜਦੇ ਨੇ ਵੀ ਅਸੀਂ ਵੀ ਠੀਕ ਫੀਲ ਨਹੀਂ ਕਰ ਰਹੇ ਹਾਂ, ਸਾਡੀ ਵੀ ਤਬੀਅਤ ਠੀਕ ਨਹੀਂ ਹੈ, ਅਸੀਂ ਵੀ ਬਹੁਤ
ਬੁਰਾ ਫੀਲ ਕਰ ਰਹੇ ਹਾਂ। ਜਦੋਂ ਸੰਦੇਸ਼ ਭੇਜਿਆ ਵਾਪਸ ਦਿਮਾਗ ਨੂੰ, ਮਨ ਹੋਰ ਘਬਰਾ ਗਿਆ। ਮਨ ਨੇ ਸੁਨੇਹਾ ਸੁਣਿਆ, ਮਨ ਹੋਰ ਪਰੇਸ਼ਾਨ ਹੋ ਗਿਆ। ਮਨ ਨੇ ਕਿਹਾ ਵੀ ਮੈਂ ਵੀ ਹੁਣ ਠੀਕ ਫੀਲ ਨਹੀਂ ਕਰ ਰਿਹਾ। ਉਹਨੇ ਵਾਪਸ ਸੰਦੇਸ਼ ਭੇਜਿਆ, ਉਹ ਜਿਹੜੇ ਪੱਠੇ, ਉਹ ਜਿਹੜੇ ਮਸਲ ਸੀ, ਪੁਰਾਣਾ ਅੰਗ ਸੀ, ਉਹ ਹੋਰ ਕੰਬਣੇ ਸ਼ੁਰੂ ਹੋ ਗਏ। ਉਹਨਾਂ ਚਿਰ ਸਰੀਰ ਕੰਬਦਾ ਰਹੇਗਾ, ਉਹਨਾਂ ਚਿਰ ਮੱਥੇ ਤੇ ਪਸੀਨਾ, ਉਹਨਾਂ ਚਿਰ ਘਬਰਾਹਟ, ਉਹਨਾਂ ਚਿਰ ਬੇਚੈਨੀ ਬਣੀ ਰਹੇਗੀ, ਜਿੰਨਾ ਚਿਰ ਖਤਰਾ ਟਲ ਨਹੀਂ ਜਾਏਗਾ। ਖਤਰਾ ਟਲ ਜਾਏਗਾ ਤੇ ਵਾਪਸ ਉੱਥੇ ਆ ਜਾਏਗਾ। ਏਦਾਂ ਹੀ ਗੁੱਸੇ 'ਚ ਹੁੰਦਾ ਹੈ। ਜਦੋਂ ਮਨ ਗੁੱਸੇ 'ਚ ਆ ਜਾਂਦਾ, ਭਰ ਜਾਂਦਾ, ਅਸੀਂ ਗੁੱਸੇ ਨਾਲ ਭਰ ਜਾਂਦੇ ਹਾਂ, ਸਾਡੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਨੇ ਗੁੱਸੇ 'ਚ, ਸਾਡਾ ਸਰੀਰ ਕੰਬਣ ਲੱਗ ਜਾਂਦਾ ਹੈ, ਸਾਡੀ ਜ਼ੁਬਾਨ ਥਥਲਾਣ ਲੱਗ ਜਾਂਦੀ ਹੈ। ਉਦੋਂ ਕੀ ਹੁੰਦਾ? ਉਦੋਂ ਤਾਲਮੇਲ ਨਹੀਂ ਬਹਿੰਦਾ ਮਨ ਤੇ ਸਰੀਰ ਦਾ। ਮਨ ਕੁਛ ਕਹੀ ਜਾਂਦਾ ਵੀ ਆ ਏਦਾਂ, ਮੈਂ ਮਸਲ ਕੁਛ ਕਹੀ ਜਾਂਦੇ ਨੇ, ਹੱਥ ਕੁਛ ਕਰੀ ਜਾਂਦੇ ਨੇ, ਜ਼ੁਬਾਨ ਕੁਛ ਬੋਲੀ ਜਾਂਦੀ ਹੈ। ਜਦੋਂ ਤਾਲਮੇਲ ਨਹੀਂ ਬਹਿੰਦਾ ਮਨ ਤੇ ਸਰੀਰ ਦਾ, ਉਦੋਂ ਮਨ ਵੱਖਰੀਆਂ ਸੋਚਾਂ ਸੋਚੀ ਜਾਂਦਾ ਹੈ, ਸਰੀਰ ਵੱਖਰੇ ਕਰਮ ਕਰਨ ਲੱਗ ਜਾਂਦਾ ਹੈ, ਜ਼ੁਬਾਨ ਕਿਸੇ ਨੂੰ ਬੁਰਾ ਕਹਿਣ ਲੱਗ ਜਾਂਦੀ ਹੈ, ਹੱਥ ਕਿਸੇ ਨੂੰ ਚੁੱਕ ਕੇ ਮਾਰਨਾ ਸ਼ੁਰੂ ਕਰ ਦਿੰਦੇ ਨੇ। ਤੇ ਜਦੋਂ ਗੁੱਸਾ ਸ਼ਾਂਤ ਹੁੰਦਾ ਹੈ, ਫਿਰ ਮਹਿਸੂਸ ਹੁੰਦਾ ਵੀ ਜੋ ਕੀਤਾ ਗਲਤ ਕਰ ਲਿਆ। ਬੇਹੋਸ਼ ਨਹੀਂ ਸੀ ਹੋਏ, ਅਸਲ ਦੇ ਵਿੱਚ ਮਨ ਤੇ ਬੋਡੀ ਦਾ ਤਾਲਮੇਲ ਖਤਮ ਹੋ ਗਿਆ ਸੀ। ਜਦੋਂ ਮਨ ਦੁਖੀ ਹੈ, ਸਰੀਰ ਵੀ ਰੋਗੀ ਹੋ ਜਾਂਦਾ ਹੈ। ਔਰ ਜੇ ਮਨ ਅਸ਼ਾਂਤ ਹੋਵੇ, ਪਰੇਸ਼ਾਨ ਹੋਵੇ, ਇੱਕ ਤੁਸੀਂ ਹੋਰ ਕਰਕੇ ਦੇਖਿਓ, ਸ਼ੀਸ਼ੇ ਸਾਹਮਣੇ ਜਾ ਕੇ ਮੁਸਕਰਾਣਾ ਸ਼ੁਰੂ ਕਰ ਦਿਓ, ਪੂਰੀਆਂ ਅੱਖਾਂ ਖੋਲ ਕੇ, ਏਦਾਂ ਹੋਠ ਖੋਲ ਕੇ, ਦੰਦ ਬਾਹਰ ਕੱਢ ਕੇ ਹੱਸਣ ਦੀ ਕੋਸ਼ਿਸ਼ ਕਰੋ। ਉਦੋਂ ਕੀ ਹੋਏਗਾ? ਮਨ ਦੇ ਉਹ ਵਿਚਾਰ ਖਤਮ ਹੋ ਜਾਣਗੇ, ਮਨ ਦੀ ਉਦਾਸੀ ਨਿਰਾਸ਼ਾ ਖਤਮ ਹੋ ਜਾਏਗੀ। ਤੁਸੀਂ ਸਰੀਰ ਨਾਲ ਕੀਤਾ ਤੇ ਮਨ ਜਿਹੜਾ ਉਹ ਸਟੇਬਲ ਹੋ ਗਿਆ। ਮਤਲਬ ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਮਨ ਨੂੰ ਇੱਕ ਥਾਂ ਤੇ ਲੋਕ ਹੱਸ ਰਹੇ ਨੇ, ਸਿਰਫ ਲੋਕ ਹੱਸ ਰਹੇ ਨੇ, ਤੁਸੀਂ ਹੱਸਦਿਆਂ ਕੋਲ ਜਾਓਗੇ, ਮੱਲੋ ਮੱਲੀ ਤੁਸੀਂ ਹੱਸਣਾ ਸ਼ੁਰੂ ਕਰ ਦਿਓਗੇ। ਬਹੁਤ ਸਾਰੇ ਲੋਕ ਹੱਸੀ ਜਾ ਰਹੇ ਨੇ, ਤੁਸੀਂ ਹੱਸਣਾ ਸ਼ੁਰੂ ਕਰ ਦਿਓਗੇ। ਤੇ ਜਿੱਥੇ ਕੋਈ ਰੋਣ ਧੋਣ ਚੱਲ ਰਿਹਾ ਹੋਵੇ ਨਾ, ਸਾਰੇ ਰਸਤੇ ਤੁਸੀਂ ਬੜਾ ਵਧੀਆ ਆਓਗੇ ਕਿਸੇ ਦੇ ਘਰ ਅਫਸੋਸ ਕਰਨ ਵਾਸਤੇ, ਪਰ ਜਦੋਂ ਦੇ ਘਰ ਪਹੁੰਚੋਗੇ, ਰੋਣ ਧੋਣ ਨੂੰ ਦੇਖ ਕੇ, ਉਹਨਾਂ ਨੂੰ ਰੋਂਦਿਆਂ ਦੇਖ ਕੇ ਅੱਖਾਂ 'ਚ ਆਪਣੇ ਵੀ ਆਂਸੂ ਆ ਜਾਣਗੇ, ਅਸੀਂ ਵੀ ਦੁਖੀ ਹੋ ਜਾਵਾਂਗੇ। ਪ੍ਰਭਾਵ ਪੈਂਦਾ ਨਾ। ਮਤਲਬ ਕੀ ਹੈ? ਸਾਡੇ ਮਨ ਦਾ ਸਰੀਰ ਤੇ ਪ੍ਰਭਾਵ ਪੈਂਦਾ ਹੈ, ਸਾਡੇ ਸਰੀਰ ਦਾ ਮਨ ਤੇ ਪ੍ਰਭਾਵ ਪੈਂਦਾ ਹੈ। ਦੋਨੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ। ਉਹਦੇ ਲਈ ਕੀ ਕੀਤਾ ਜਾਏ ਫਿਰ? ਉਹਦੇ ਲਈ ਫਿਰ, ਜੇ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ, ਉਹਦੇ ਲਈ ਮਨ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਜਿਹੜੇ ਰੋਗ ਨੇ, ਉਹ ਮਨ ਦੇ ਸਟ੍ਰੈਸ ਦੇ ਕਰਕੇ ਸਰੀਰ ਨੂੰ ਹੋ ਜਾਂਦੇ ਨੇ। ਹਾਂ, ਸਰੀਰ ਦੇ ਰੋਗ ਹੁਣ ਅਸੀਂ ਡਾਕਟਰ ਤੋਂ ਇਲਾਜ ਕਰਾ ਸਕਦੇ ਹਾਂ, ਪਰ ਜੇ ਮਨ ਦੇ ਰੋਗ ਹੋਣ ਤੇ ਉਹਨਾਂ ਨੂੰ ਸਾਨੂੰ ਬਦਲਣਾ ਪਏਗਾ। ਡਾਕਟਰ ਨੂੰ ਵੀ ਮਿਲ ਸਕਦੇ ਹਾਂ, ਅਸੀਂ ਆਪ ਵੀ ਕੋਸ਼ਿਸ਼ ਕਰ ਸਕਦੇ ਹਾਂ। ਉਹਦੇ ਲਈ ਕੀ ਕਰਨਾ ਪਏਗਾ? ਜਿਹੜੀ ਚੀਜ਼ ਚਿੰਤਾ ਕਰ ਰਹੇ ਹਾਂ, ਉਸ ਚੀਜ਼ ਨੂੰ ਛੱਡਣਾ ਪਏਗਾ, ਕਿਉਂਕਿ ਬਾਰ-ਬਾਰ ਇੱਕੋ ਚੀਜ਼ ਬਾਰੇ ਸੋਚ ਕੇ ਅਸੀਂ ਚਿੰਤਾ ਨੂੰ ਰੋਗ ਬਣਾ ਲੈਂਦੇ ਹਾਂ। ਉਹ ਚਿੰਤਾ ਰੋਗ ਬਣ ਜਾਂਦੀ ਹੈ। ਇਹ ਆਦਤ ਹੈ ਅਸਲ ਦੇ ਵਿੱਚ। ਮੰਨ ਲਓ ਜਿਵੇਂ ਕਿਸੇ ਨੇ ਕੀਰਤਨ ਸਿੱਖਣਾ ਹੈ, ਹਾਰਮੋਨੀਅਮ ਸਿੱਖਣਾ ਹੈ, ਉਹ ਰੋਜ਼ ਵਾਜਾ ਵਜਾਏਗਾ, ਉਹਦਾ ਮਨ ਨਹੀਂ ਵੀ ਕਰੇਗਾ ਨਾ, ਰੋਜ਼ ਵਾਜਾ ਵਜਾਈ ਜਾਏਗਾ, ਹਾਰਮੋਨੀਅਮ ਵਜਾਈ ਜਾਏਗਾ, ਤੇ ਇੱਕ ਦਿਨ ਉਹ ਸਿੱਖ ਜਾਏਗਾ, ਕਿਉਂਕਿ ਰੋਜ਼ ਉਹਨੇ ਪ੍ਰੈਕਟਿਸ ਕੀਤੀ, ਇੱਕ ਨਾ ਇੱਕ ਦਿਨ ਉਹ ਮਾਸਟਰ ਬਣ ਜਾਏਗਾ। ਏਦਾਂ ਹੀ ਜਦੋਂ ਅਸੀਂ ਰੋਜ਼ ਇੱਕ ਚੀਜ਼ ਨੂੰ ਚੇਤੇ ਕਰੀ ਜਾਂਦੇ ਹਾਂ, ਯਾਦ ਕਰੀ ਜਾਂਦੇ ਹਾਂ, ਸਾਡੀ ਚਿੰਤਾ ਆਦਤ ਬਣ ਜਾਂਦੀ ਹੈ। ਔਰ ਚਿੰਤਾਵਾਨ ਜਿਹੜਾ ਨਾ, ਚਿੰਤਾ ਦਾ ਰਸ ਮਾਣਦਾ ਹੈ, ਉਹ ਰਸ ਲੈਂਦਾ ਫਿਰ, ਕਿਉਂਕਿ ਉਹ ਆਪਣੇ ਆਪ ਨੂੰ ਇੱਕ ਵਿਸ਼ੇਸ਼ ਸਾਬਤ ਕਰ ਦਿੰਦਾ ਹੈ। ਔਰ ਬਾਰ-ਬਾਰ ਚਿੰਤਾ ਦਾ ਅਭਿਆਸ ਕਰ ਕਰਕੇ ਫਿਰ ਚਿੰਤਾ ਤੁਰ ਹੋ ਜਾਂਦਾ, ਚਿੰਤਾ ਦਾ ਰੋਗ ਉਹਨੂੰ ਪੈਦਾ ਹੋ ਜਾਂਦਾ। ਅਸਲ ਦੇ ਵਿੱਚ ਇਹ ਇੱਕ ਆਦਤ ਹੈ ਜਿਹੜੀ ਅਸੀਂ ਬਾਰ-ਬਾਰ ਕਰਦੇ ਹਾਂ। ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਸਾਨੂੰ ਆਦਤ 'ਚ ਅਸੀਂ ਇੰਨੇ ਪੱਕ ਜਾਂਦੇ ਹਾਂ ਕਿ ਅਸੀਂ ਆਦਤ ਛੱਡਣਾ ਵੀ ਨਹੀਂ ਚਾਹੁੰਦੇ। ਫਿਰ ਚਿੰਤਾਵਾਨ ਆਦਮੀ ਜਿਹੜਾ ਰੋਜ਼ ਕਿਸੇ ਨਾ ਕਿਸੇ ਚੀਜ਼ ਦੀ ਚਿੰਤਾ ਕਰਦਾ ਹੈ ਨਾ, ਤੇ ਜਿੱਦਣ ਉਹਨੂੰ ਕੋਈ ਚਿੰਤਾ ਨਾ ਹੋਵੇ ਵੀ ਅੱਜ ਬਿਲਕੁਲ ਠੀਕ ਠਾਕ ਚੱਲ ਰਿਹਾ, ਸਵੇਰ ਉੱਠਣ ਤੋਂ ਲੈ ਕੇ ਬੜਾ ਸੋਹਣਾ ਚੱਲ ਰਿਹਾ, ਉਸ ਦਿਨ ਉਹਨੂੰ ਫਿਰ ਚਿੰਤਾ ਹੋ ਜਾਂਦੀ ਹੈ ਵੀ ਅੱਜ ਚਿੰਤਾ ਕਿਉਂ ਨਹੀਂ ਹੋਈ। ਉਹਨੂੰ ਇਸ ਗੱਲ ਦੀ ਚਿੰਤਾ ਹੋ ਜਾਂਦੀ ਵੀ ਅੱਜ ਚਿੰਤਾ ਕਿਉਂ ਨਹੀਂ ਹੋਈ। ਚਿੰਤਾ ਦਾ ਅਭਿਆਸ ਹੋਈ ਜਾਂਦਾ ਹੈ। ਇਸ ਚਿੰਤਾ ਨੂੰ ਰੋਕਿਆ ਜਾ ਸਕਦਾ ਹੈ ਥੋੜਾ ਜਿਹਾ ਵਿਸ਼ਲੇਸ਼ਣ ਕਰਕੇ, ਥੋੜਾ ਜਿਹਾ ਅਭਿਆਸ ਕਰਕੇ, ਕਿ ਅੱਜ ਤੋਂ ਚਿੰਤਾ ਦੀ ਬਜਾਏ ਮੈਂ ਆਪਣੇ ਆਪ ਨੂੰ ਪੋਜ਼ਿਟਿਵਿਟੀ ਵਿੱਚ ਲੈ ਕੇ ਜਾਣਾ ਹੈ, ਸਕਾਰਾਤਮਕ ਸੋਚ ਰੱਖਣੀ ਹੈ ਕਿ ਜੋ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਹੈ।
ਕਿੰਨਾ ਕੁਛ ਵਧੀਆ ਹੋ ਰਿਹਾ ਹੈ। ਚੁਣਨਾ ਅਸੀਂ ਹੈ ਸਮਾਜ ਵਿੱਚੋਂ, ਸੁੱਖ ਚੁਣਨਾ ਕਿ ਦੁੱਖ ਚੁਣਨਾ ਹੈ, ਇਹ ਸਾਡੇ ਹੱਥ ਵਿੱਚ ਹੈ। ਹੀਰੇ ਮੋਤੀ ਚੁਣਨੇ ਨੇ ਕਿ ਪੱਥਰ ਚੁਣਨੇ ਨੇ, ਸਾਡੇ ਹੱਥ ਵਿੱਚ ਹੈ। ਜਿਹਨੂੰ ਭਗਤ ਕਬੀਰ ਜੀ ਆਖਦੇ ਨੇ, ਕਬੀਰ ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਆਏ। ਮਾਰਗ ਮੋਤੀ ਬੀਥਰੇ, ਮਾਰਗ ਕਿਹੜਾ? ਸੰਸਾਰ ਦਾ ਜੀਵਨ ਰੂਪੀ ਰਸਤਾ, ਜਿਸ ਜੀਵਨ ਚ ਅਸੀਂ ਚੱਲ ਰਹੇ ਹਾਂ। ਜ਼ਿੰਦਗੀ ਦੇ ਰਸਤੇ ਦੇ ਵਿੱਚ, ਸੰਸਾਰ ਵਿੱਚ ਕਿੰਨੇ ਮੋਤੀ ਖਿਲਰੇ ਹੋਏ ਨੇ, ਕਿੰਨੇ ਮੋਤੀ ਨੇ, ਪਰ ਅਸੀਂ ਅੰਨੇ, ਸਾਨੂੰ ਦਿਸਦਾ ਨਹੀਂ ਹੈ, ਸਾਨੂੰ ਮੋਤੀ ਨਜ਼ਰ ਨਹੀਂ ਆਉਂਦੇ। ਕਿੱਡੇ ਕੀਮਤੀ ਮੋਤੀ ਨੇ। ਸਾਹ ਲੈਣ ਵਾਸਤੇ ਹਵਾ ਹੈ, ਪੀਣ ਵਾਸਤੇ ਪਾਣੀ ਹੈ, ਰੱਬ ਦੇ ਮੋਤੀ ਨੇ ਨਾ, ਕੀਮਤੀ ਚੀਜ਼ਾਂ ਨੇ। ਧਰਤੀ ਸਾਨੂੰ ਕਿੰਨਾ ਅਨਾਜ ਦੇ ਰਹੀ ਹੈ, ਫਲ ਸਬਜ਼ੀਆਂ ਦੇ ਰਹੀ ਹੈ, ਫੁੱਲ ਦੇ ਰਹੀ ਹੈ। ਇਸ ਸੰਸਾਰ ਦੇ ਵਿੱਚ ਜੰਗਲ ਨੇ, ਪਹਾੜ ਨੇ, ਸੂਰਜ ਸਾਨੂੰ ਨਿੱਘ ਦੇ ਰਿਹਾ ਹੈ, ਚੰਦਰਮਾ, ਸਿਤਾਰੇ, ਸਿਤਾਰੇ, ਕਿੰਨਾ ਕੁਛ ਹੈ। ਫਿਰ ਧਰਤੀ ਚੋਂ ਸਾਨੂੰ ਸਿਰਫ ਭੋਜਨ ਹੀ ਨਹੀਂ ਮਿਲ ਰਿਹਾ, ਸੋਨੇ ਦੀਆਂ ਖਾਣਾਂ ਨੇ, ਚਾਂਦੀ ਦੀਆਂ ਖਾਣਾਂ ਨੇ, ਅਬਰਕ ਹੈ, ਖਣਿਜ ਹੈ, ਇਹਦੇ ਵਿੱਚੋਂ ਕਿੰਨਾ ਤੇਲ ਨਿਕਲ ਰਿਹਾ, ਕਿੰਨੀਆਂ ਗੈਸਾਂ, ਕਿੰਨਾ ਕੁਛ ਮਿਲ ਰਿਹਾ। ਫਿਰ ਮਾਤਾ ਪਿਤਾ ਨੇ, ਭੈਣ ਭਰਾ ਨੇ, ਆਂਢ ਗੁਆਂਢ ਨੇ, ਰਿਸ਼ਤੇਦਾਰ ਨੇ। ਰੱਬ ਨੇ ਮੈਨੂੰ ਅੱਖਾਂ ਦਿੱਤੀਆਂ, ਕੰਨ ਦਿੱਤੇ, ਜ਼ੁਬਾਨ ਦਿੱਤੀ, ਦਿਮਾਗ ਦਿੱਤਾ, ਸਰੀਰ ਦਿੱਤਾ, ਸੋਚ ਸਕਦਾ ਵਾਂ, ਬੋਲ ਸਕਦਾ ਵਾਂ। ਇਹ ਮੋਤੀ ਨੇ ਰੱਬ ਦੇ, ਕਿੰਨਾ ਕੁਛ ਮਿਲਿਆ ਸਾਨੂੰ। ਪਰ ਅਸੀਂ ਅਗਿਆਨਤਾ ਵਿੱਚ ਅੰਨੇ, ਸਾਨੂੰ ਨਜ਼ਰ ਨਹੀਂ ਆ ਰਿਹਾ ਸਾਡੇ ਅੰਦਰ ਕਿੰਨੇ ਸ਼ੁਭ ਗੁਣ ਰੱਬ ਨੇ ਪਾਏ ਨੇ। ਦਇਆ ਪਾਈ ਹੈ, ਪ੍ਰੇਮ ਪਾਇਆ, ਨਿਮਰਤਾ ਪਾਈ ਹੈ, ਧੀਰਜ ਪਾਇਆ। ਅਸੀਂ ਇਹਨਾਂ ਮੋਤੀਆਂ ਨੂੰ ਜਾਣਿਆ ਨਹੀਂ। ਕੋਈ ਨਹੀਂ ਕਹਿ ਸਕਦਾ ਮੇਰੇ ਅੰਦਰ ਪ੍ਰੇਮ ਨਹੀਂ, ਕੋਈ ਨਹੀਂ ਕਹਿ ਸਕਦਾ ਮੇਰੇ ਅੰਦਰ ਦਇਆ ਨਹੀਂ ਪਾਈ ਰੱਬ ਨੇ, ਕੋਈ ਨਹੀਂ ਕਹਿ ਸਕਦਾ। ਦਇਆ ਹੈ। ਬੱਚੇ ਨੂੰ ਸੱਟ ਲੱਗ ਜਾਏ ਨਾ, ਤੇ ਅਸੀਂ ਵੀ ਰੋਣ ਲੱਗ ਜਾਂਦੇ ਹਾਂ, ਨਾਲ ਨਾਲ ਪੱਟੀ ਕਰਦੇ ਹਾਂ, ਨਾਲ ਨਾਲ ਅਸੀਂ ਵੀ ਦੁਖੀ ਹੋ ਜਾਂਦੇ ਹਾਂ, ਮੇਰੇ ਬੱਚੇ ਨੂੰ ਸੱਟ ਲੱਗ ਗਈ। ਰਾਤ ਆਪਣੇ ਕੋਲ ਸਵਾਨੇ ਹਾਂ, ਨਾਲ ਨਾਲ ਸਾਰਿਆਂ ਤੋਂ ਉੱਠ ਕੇ ਚੈੱਕ ਕਰਦੇ ਹਾਂ। ਦਇਆ ਹੈ ਨਾ ਬੱਚੇ ਪ੍ਰਤੀ। ਪਰ ਮੋਹ ਕਰਕੇ ਸਿਰਫ ਆਪਣੇ ਤੇ ਦਇਆ ਕੀਤੀ, ਸਵਾਰਥ ਕਰਕੇ ਆਪਣੇ ਪੁੱਤਰ ਤੇ ਦਇਆ ਕੀਤੀ। ਇਸ ਦਇਆ ਦੇ ਗੁਣ ਨੂੰ ਅਸੀਂ ਵਿਸ਼ਵ ਰੂਪ ਚ ਵਰਤਿਆ ਨਹੀਂ, ਕਿਉਂਕਿ ਸਵਾਰਥ ਸੀ ਸਾਡੇ ਅੰਦਰ, ਮੋਹ ਸੀ ਸਾਡੇ ਅੰਦਰ। ਮੋਹ ਦੇ ਕਰਕੇ ਅਸੀਂ ਆਪਣੇ ਬੱਚੇ ਤੇ ਦਇਆ ਦਾ ਗੁਣ ਵਰਤ ਲਿਆ। ਪਰ ਗੁਆਂਢੀ ਦਾ ਬੱਚਾ ਬਿਮਾਰ ਹੋਵੇ, ਸਾਰੀ ਰਾਤ ਸੋਵੇ ਨਾ, ਅਸੀਂ ਉਹਦੀ ਪਰਵਾਹ ਨਹੀਂ ਕਰਦੇ। ਗੁਆਂਢੀ ਦਾ ਬੱਚਾ ਬਿਮਾਰ ਪਿਆ ਹੋਵੇ, ਜਾਂ ਹੋਰ ਕੋਈ ਰਸਤੇ ਚ ਦੁਖੀ ਬਿਮਾਰ ਪਿਆ ਹੋਵੇ, ਅਸੀਂ ਦੇਖ ਕੇ ਇਗਨੋਰ ਕਰਕੇ ਲੰਘ ਜਾਂਦੇ ਹਾਂ। ਦਇਆ ਦਾ ਗੁਣ ਸਾਡੇ ਅੰਦਰ ਹੈ, ਪਰ ਅਸੀਂ ਵਰਤ ਨਹੀਂ ਰਹੇ ਹਾਂ। ਪ੍ਰੇਮ ਦਾ ਗੁਣ ਸਾਡੇ ਅੰਦਰ ਹੈ, ਅਸੀਂ ਆਪਣੇ ਬੱਚਿਆਂ ਨਾਲ, ਪਰਿਵਾਰ ਨਾਲ ਬੜਾ ਪਿਆਰ ਕਰਦੇ ਹਾਂ, ਪਰ ਗਵਾਂਢੀ ਨਾਲ ਉਹਨਾਂ ਪਿਆਰ ਨਹੀਂ ਕਰਦੇ, ਰਿਸ਼ਤੇਦਾਰਾਂ ਨਾਲ ਪਿਆਰ ਨਹੀਂ ਕਰਦੇ। ਸੱਚ ਦਾ ਗੁਣ ਸਾਡੇ ਅੰਦਰ ਹੈ, ਸੱਚ ਵਰਤ ਨਹੀਂ ਰਹੇ ਹਾਂ। ਇਹਨੂੰ ਕਹਿੰਦੇ ਨੇ ਗੁਣ, ਕੀਮਤੀ ਮੋਤੀ ਰੱਬ ਨੇ ਦਿੱਤੇ ਹੋਏ ਨੇ, ਅਸੀਂ ਅੰਨੇ ਆ, ਸਾਨੂੰ ਇਹ ਗੁਣ ਨਜ਼ਰ ਆ ਨਹੀਂ ਰਹੇ। ਕਬੀਰ ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਜਾਏ। ਅਸੀਂ ਗਿਆਨਤਾ ਵਿੱਚ ਅੰਨੇ ਆ, ਦੇਖ ਕੇ ਉਲੰਘ ਜਾਂਦੇ ਹਾਂ ਅਸੀਂ। ਤੇ ਜਿਹੜਾ ਗੁਣਾਂ ਦੀ ਵਰਤੋਂ ਕਰਦਾ ਨਾ, ਭਗਤ ਸਿਰਫ ਉਹ ਹੈ। ਅਸੀਂ ਪੜ੍ਹਦੇ ਨਾ ਕਈ ਵਾਰੀ ਕਲਾਸਾਂ ਦੇ ਵਿੱਚ, ਪੱਬਾ ਭਗਤ, ਤੇ ਭਗਤ ਦੇ ਨਾਲ ਇੱਕ ਫੋਟੋ ਬਣਾਈ ਹੁੰਦੀ ਹੈ, ਟੇਢਾ ਜਿਹਾ ਕੁੱਬਾ ਜਿਹਾ ਆਦਮੀ ਹੁੰਦਾ ਹੈ, ਭਗਵੇ ਜਿਹੇ ਕੱਪੜੇ ਪਾਏ ਹੁੰਦੇ ਨੇ, ਮੱਥੇ ਤੇ ਤਿਲਕ ਹੁੰਦਾ ਹੈ, ਬਾਲ ਖਿਲਰੇ ਹੁੰਦੇ ਨੇ, ਗਲੇ 'ਚ ਮਾਲਾ ਪਾਈਆਂ ਹੁੰਦੀਆਂ ਨੇ, ਹੱਥ 'ਚ ਮਾਲਾ ਫੜੀ ਹੁੰਦੀ ਹੈ। ਸਾਡੀ ਮਾਨਸਿਕਤਾ ਉਦਾਂ ਦੀ ਬਣ ਜਾਂਦੀ ਵੀ ਆਹ ਭਗਤ ਏਦਾਂ ਦਾ ਹੁੰਦਾ ਹੈ। ਤੇ ਜੇ ਮੈਂ ਕਹਾਂ ਸਰਦਾਰ ਅਮਰੀਕ ਸਿੰਘ ਜੀ ਇਹ ਭਗਤ ਨੇ, ਤੇ ਅਸੀਂ ਹੱਸਾਂਗੇ, ਇਹਨਾਂ ਦੇ ਪੈਂਟ ਸ਼ਰਟ ਪਾਈਏ, ਭਗਤ ਥੋੜੇ ਹੋ ਸਕਦੇ ਨੇ, ਕਿਉਂਕਿ ਸਾਡੀ ਸੋਚ ਮਾਨਸਿਕਤਾ ਉਦਾਂ ਦੀ ਬਣ ਗਈ ਨਾ। ਪਰ ਭਗਤ ਕੌਣ ਹੈ? ਜਿਹਦੇ ਅੰਦਰ ਦਇਆ ਹੈ, ਪ੍ਰੇਮ ਹੈ, ਜਿਹੜਾ ਗੁਣਾਂ ਦੀ ਵਰਤੋਂ ਕਰ ਰਿਹਾ, ਭਗਤ ਤੇ ਉਹ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਜਿਹੜੇ ਗੁਣ ਵਰਤਦੇ ਨੇ ਨਾ, ਗੁਣਾਂ ਦਾ ਖਜ਼ਾਨਾ, ਉਹਨਾਂ ਦੀ ਵਰਤੋਂ ਵਿਹਾਰ ਹੈ, ਭਗਤ ਉਹ ਨੇ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਆਏ। ਇਹ ਜੋਤ ਕੀ ਇੱਥੇ? ਪ੍ਰਭੂ ਦੀ ਜੋਤ ਹੈ। ਸਾਡੀ ਸੋਚ, ਕਾਮਨ ਸੈਂਸ, ਵਿਵੇਕ ਬੁੱਧੀ, ਇਹ ਰੱਬ ਦੀ ਜੋਤ ਸਾਨੂੰ ਮਿਲੀ ਹੋਈ ਹੈ। ਯੂਨੀਵਰਸਲ ਟਰੁਥ, ਇਸ ਕੁਦਰਤ ਦੇ ਨਿਯਮਾਵਲੀ ਨੂੰ ਸਮਝਣਾ ਔਰ ਸੋਚਣਾ, ਕਾਮਨ ਸੈਂਸ, ਵਿਵੇਕ ਬੁੱਧੀ ਜੋਤ ਹੈ। ਅਸੀਂ ਪੜ੍ਹਦੇ ਹਾਂ ਨਾ ਭਗਤ ਕਬੀਰ ਜੀ ਦਾ ਵਚਨ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ, ਹਾਥ ਦੀਪ, ਐ ਦੀਪ ਐ ਜੋਤ, ਹਾਥ ਦੀਪ ਕੂਵੇਂ ਪਰੇ, ਹੱਥ 'ਚ ਦੀਵਾ ਫੜਿਆ, ਫਿਰ ਖੂਹ 'ਚ ਜਾ ਕੇ ਡਿੱਗਦਾ। ਇਹਦੇ ਕੋਲ ਦਿਮਾਗ ਹੈ, ਸੋਚ ਹੈ, ਕਾਮਨ ਸੈਂਸ ਹੈ, ਬੁੱਧੀ ਹੈ, ਫਿਰ ਵਿਕਾਰਾਂ ਦੇ ਖੂਹ 'ਚ ਜਾ ਕੇ ਡਿੱਗਦਾ। ਇਹ ਹੈ ਯੂਨੀਵਰਸਲ ਟਰੁਥ, ਜੋਤ ਵਿਵੇਕ ਬੁੱਧੀ। ਜੋਤ ਬਿਨਾਂ ਜਗਦੀਸ਼ ਕੀ, ਜਿਹੜੀ ਜਗਦੀਸ਼ ਨੇ ਸੋਚਣ ਦੀ ਬੁੱਧੀ ਦਿੱਤੀ, ਸਮਝਣ ਦੀ, ਉਹਨੂੰ ਵਰਤਦਾ ਨਹੀਂ ਹੈ। ਜਗਤ ਉਲੰਘੇ, ਤੇ ਜਗਤ ਉਲੰਘੇ ਆਏ, ਜਗਤ ਜਿਹੜਾ ਡਿੱਗ ਰਿਹਾ। ਅਸੀਂ ਇਕੱਠਾ ਕੀ ਕਰਨਾ ਹੈ? ਮੋਤੀ ਇਕੱਠੇ ਕਰਨੇ ਨੇ ਕਿ ਪੱਥਰ ਇਕੱਠੇ ਕਰਨੇ ਨੇ? ਸਮਾਜ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਈਰਖਾ, ਨਿੰਦਾ, ਚੁਗਲੀ, ਨਫ਼ਰਤ ਇਕੱਠੀ ਕਰਨੀ ਹੈ, ਜਾਂ ਸ਼ੁਭ ਗੁਣਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਵਰਤਣਾ ਹੈ?
ਅਸੀਂ ਦੁੱਖ ਇਕੱਠੇ ਕਰਨੇ ਨੇ ਕਿ ਸੁੱਖ ਇਕੱਠੇ ਕਰਨੇ ਨੇ, ਇਹ ਸਾਡੇ ਤੇ ਹੀ ਹੈ। ਇਸ ਕਰਕੇ ਨੈਗੇਟਿਵਿਟੀ ਨੂੰ ਛੱਡ ਕੇ, ਨਕਾਰਾਤਮਕ ਸੋਚ ਨੂੰ ਛੱਡ ਕੇ ਆਸ਼ਾਵਾਦੀ ਬਣੋ, ਸਕਾਰਾਤਮਕ ਸੋਚ ਰੱਖੋ। ਇੰਨੀ ਸੋਚ ਸਕਾਰਾਤਮਕ ਹੋਵੇ ਜਿੰਨੀ ਗੁਰੂ ਜੀ ਨੇ ਸਾਨੂੰ ਦੱਸੀ ਹੈ। ਕਿੰਨੀ ਕੁ ਸੋਚ ਸਾਡੀ ਸਕਾਰਾਤਮਕ ਹੋਣੀ ਚਾਹੀਦੀ ਹੈ ਕਿ ਮੇਰੇ ਸਰੀਰ ਨੂੰ ਸਾਰੇ ਰੋਗ ਲੱਗ ਜਾਣ, ਸਮੇਂ ਦੇ ਰਾਜੇ ਮੈਨੂੰ ਜੇਲ੍ਹ 'ਚ ਸੁੱਟ ਦੇਣ, ਮੈਨੂੰ ਤਸੀਹੇ ਦੇਣ, ਮੇਰਾ ਖੂਨ ਪੀਣ, ਰਾਹੂ ਕੇਤੂ ਦੋਨੋਂ ਮੇਰੇ ਜ਼ਿੰਦਗੀ ਦੇ ਰਾਹ 'ਚ ਆ ਕੇ ਗ੍ਰਹਿ ਖੜੇ ਹੋ ਜਾਣ, ਮੈਂ ਤਾਂ ਵੀ ਤੇਰਾ ਸ਼ੁਕਰ ਕਰਾਂਗਾ। ਜੇ ਦੇਹ ਹੈ ਦੁੱਖ ਲਾਈਐ, ਪਾਪ ਗ੍ਰਹਿ ਦੋਏ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਐਵੇਂ ਜਾਪੈ ਭਾਓ ਵੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਓ, ਤਾਂ ਵੀ ਮੈਂ ਸ਼ੁਕਰ ਹੀ ਕਰਾਂਗਾ, ਤੇਰੀ ਸਿਫਤ ਹੀ ਕਰਾਂਗਾ। ਤੇਰੀ ਸਿਫਤ ਕਰਦਿਆਂ ਮੇਰਾ ਚਾਹ ਨਾ ਲੱਥੇ। ਆਇਆ ਪੋਜ਼ਿਟਿਵ ਥਿੰਕਿੰਗ ਕਿ ਸਾਰੇ ਦੁੱਖ ਰੋਗ ਵਿਕਾਰ ਵੀ ਆ ਜਾਣ, ਭੁੱਖ ਆ ਜਾਏ, ਮੁਸੀਬਤਾਂ ਆ ਜਾਣ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਹ ਹੈ ਸਕਾਰਾਤਮਕ ਸੋਚ। ਆ ਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਇਹ ਹੈ ਸਕਾਰਾਤਮਕ ਸੋਚ। ਕੇਤੀਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ, ਇਹ ਵੀ ਤੇਰੀ ਦਾਤ ਹੈ। ਇਹ ਹੈ ਸਕਾਰਾਤਮਕ ਸੋਚ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ, ਜੋ ਕਰਦਾ ਚੰਗਾ ਕਰਦਾ। ਇਹ ਹੈ ਪੋਜ਼ਿਟਿਵ ਥਿੰਕਿੰਗ ਕਿ ਮਾਲਕਾ ਕਿੰਨੇ ਮੋਤੀ ਦਿੱਤੇ ਨੇ, ਕਿੰਨੇ ਗੁਣ ਦਿੱਤੇ ਨੇ, ਸਮਾਜ ਵਿੱਚੋਂ ਕਿੰਨਾ ਕੁਛ ਮਿਲਿਆ ਮੈਨੂੰ, ਮਾਣ ਸਤਿਕਾਰ ਇੱਜ਼ਤ ਮਿਲੀ, ਧਨ ਦੌਲਤ ਮਿਲੀ, ਆਇਆ ਸੀ ਖਾਲੀ ਹੱਥ, ਮਾਤਾ ਪਿਤਾ ਭੈਣ ਭਰਾ ਮੇਰੇ, ਸਰੀਰ ਮਿਲਿਆ, ਦਿਮਾਗ ਮਿਲਿਆ, ਸ਼ੁਭ ਗੁਣ ਮਿਲੇ, ਇਸ ਸੰਸਾਰ ਵਿੱਚੋਂ ਕਿੰਨਾ ਕੁਛ ਮਿਲਿਆ। ਤੇਰਾ ਸ਼ੁਕਰ ਹੈ, ਤੇਰਾ ਸੰਸਾਰ ਬਹੁਤ ਸੋਹਣਾ ਹੈ, ਬਹੁਤ ਖੂਬਸੂਰਤ ਹੈ, ਕਿੰਨੀ ਤੇਰੀ ਕਿਰਪਾ ਚਾਰੋਂ ਤਰਫ ਵਰਸ ਰਹੀ ਹੈ, ਕਿੰਨਾ ਕੁਛ ਤੂੰ ਮੈਨੂੰ ਦਿੱਤਾ ਹੈ। ਮੈਂ ਚੜ੍ਹਦੀ ਕਲਾ ਵਿੱਚ ਹਾਂ, ਮੈਨੂੰ ਕੋਈ ਦੁੱਖ ਨਹੀਂ, ਰੋਗ ਨਹੀਂ, ਚਿੰਤਾ ਨਹੀਂ, ਮੈਂ ਤੰਦਰੁਸਤ ਹਾਂ, ਚੜ੍ਹਦੀ ਕਲਾ ਵਿੱਚ ਹਾਂ। ਜਦੋਂ ਇਸ ਚੀਜ਼ ਦਾ ਅਭਿਆਸ ਸ਼ੁਰੂ ਹੋ ਜਾਏਗਾ, ਸਾਡਾ ਮਨ ਏਦਾਂ ਦਾ ਹੀ ਹੋ ਜਾਏਗਾ। ਸਾਡਾ ਸ਼ੁੱਧ ਮਨ ਜਿਹੜਾ ਹੈ, ਤੰਦਰੁਸਤ ਮਨ ਜਿਹੜਾ ਹੈ, ਸਾਡੇ ਸਰੀਰ ਨੂੰ ਵੀ ਤੰਦਰੁਸਤ ਕਰ ਦੇਗਾ। ਅਸੀਂ ਸਰੀਰਕ ਤੌਰ ਤੇ ਵੀ ਮਨ ਤੰਦਰੁਸਤ ਹੋਵਾਂਗੇ, ਅਰੋਗ ਰਵਾਂਗੇ। ਸਾਰਾ ਕੁਛ ਹੈ। ਤੁਸੀਂ ਕੀ ਲੈਣਾ ਚਾਹੁੰਦੇ ਹੋ, ਇਹ ਤੁਹਾਡੇ ਹੱਥ ਦੇ ਵਿੱਚ ਹੈ। ਇਹੀ ਕਾਰਨ ਅਖੀਰ ਤੇ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ। ਜਿਹੜਾ ਮਨੁੱਖ ਸੋਚੇ ਨਾ ਕਿ ਜੀ ਮੇਰੀ ਤੇ ਜ਼ਿੰਦਗੀ ਬੜੀ ਦੁਖੀ ਹੈ, ਨਿਰਾਸ਼ਾਵਾਦੀ, ਕੀ ਬਣੇਗਾ ਮੇਰਾ, ਕੀ ਬਣੇਗਾ ਮੇਰੇ ਪਰਿਵਾਰ ਦਾ, ਕੀ ਬਣੇਗਾ ਮੇਰੇ ਬੱਚਿਆਂ ਦੀ ਰੋਜ਼ੀ ਰੋਟੀ ਦਾ, ਗੁਰੂ ਜੀ ਆਖਦੇ ਨੇ ਇੱਕ ਕੰਮ ਕਰੀ, ਰਾਤ ਨੂੰ ਜਦੋਂ ਆਸਮਾਨ ਸਾਫ਼ ਹੋਵੇ, ਉਦੋਂ ਆਸਮਾਨ ਵਿੱਚ ਦੇਖੀ ਤੈਨੂੰ ਕੁਛ ਨਜ਼ਰ ਆਏਗਾ। ਕੀ ਨਜ਼ਰ ਆਏਗਾ? ਜਦੋਂ ਅਸੀਂ ਰਾਤ ਨੂੰ ਸਾਫ਼ ਅਸਮਾਨ ਵਿੱਚ ਝਾਤੀ ਮਾਰ ਕੇ ਦੇਖਾਂਗੇ ਤੇ ਸਾਨੂੰ ਅਨੰਤ ਚਮਕਦੇ ਹੋਏ ਤਾਰੇ ਨਜ਼ਰ ਆਉਣਗੇ। ਇਹ ਤਾਰੇ ਕੀ ਨੇ? ਇਸ ਧਰਤੀ ਨਾਲੋਂ ਵੱਡੀਆਂ ਧਰਤੀਆਂ, ਵੱਡੇ ਵੱਡੇ ਗ੍ਰਹਿ ਨਖੱਤਰ, ਸਾਡੇ ਸੂਰਜ ਨਾਲੋਂ ਕਈ ਗੁਣਾ, ਹਜ਼ਾਰਾਂ ਗੁਣਾ ਵੱਡੇ ਸੂਰਜ, ਅਰਬਾਂ ਖਰਬਾਂ ਨਜ਼ਰ ਆਉਣ ਵਾਲੇ ਆ ਜਿਹੜੇ ਵੱਡੇ ਵੱਡੇ ਗੈਸਾਂ ਦੇ ਗੋਲੇ ਨੇ, ਅਸਮਾਨ ਵਿੱਚ ਤੇਜ਼ੀ ਨਾਲ ਘੁੰਮ ਰਹੇ ਨੇ। ਉਹ ਮਨਾ ਜਿਹੜਾ ਸਰਵ ਸ਼ਕਤੀਮਾਨ ਪ੍ਰਭੂ ਇਹਨਾਂ ਵੱਡੇ ਵੱਡੇ ਗੈਸਾਂ ਦੇ ਗੋਲਿਆਂ ਨੂੰ ਚਲਾ ਰਿਹਾ ਹੈ, ਕਿ ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ? ਏਡੀ ਚੜ੍ਹਦੀ ਕਲਾ ਦੇ ਦਿੱਤੀ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਉਹ ਕਰੋੜਾਂ ਬ੍ਰਹਿਮੰਡਾਂ ਨੂੰ ਚਲਾਉਣ ਵਾਲਾ ਮਾਲਕ, ਪ੍ਰਤਪਾਲੇ ਨਿਤਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹਦਾ ਇਹ ਵੀ ਗੁਣ ਨਹੀਂ ਜਾਣਿਆ ਕਿ ਉਹ ਕਿੰਨਾ ਕੁਛ ਦੇਣ ਵਾਲਾ ਹੈ। ਇਸ ਕਰਕੇ ਗੁਰਮਤ ਨੇ ਜਿੱਥੇ ਹੁਕਮ ਰਜ਼ਾਈ ਚੱਲਣਾ ਕਿਹਾ, ਉੱਥੇ ਨਾਲ ਨਾਲ ਇਹ ਵੀ ਕਿਹਾ ਕਿ ਦੁੱਖ ਤੇ ਹੈ ਹੀ ਨਹੀਂ, ਸੁੱਖ ਹੀ ਹੈ। ਇੱਥੇ ਸੁੱਖ ਦਾ ਮਤਲਬ ਆਨੰਦ, ਚੜ੍ਹਦੀ ਕਲਾ। ਦੁੱਖ ਨਹੀਂ, ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿਤ ਹੈ, ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਇੱਥੇ ਤੇ ਚਿੰਤਾ ਹੈ ਹੀ ਨਹੀਂ, ਦੁੱਖ ਹੈ ਹੀ ਨਹੀਂ, ਸੁੱਖ ਹੈ, ਆਨੰਦ ਹੈ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵ ਹੈ ਜਲ ਥਲ ਜਨਤਾ ਸਭ ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਜਿਵੇਂ ਜਿਵੇਂ ਗੁਰਬਾਣੀ ਪੜੋਗੇ, ਉਵੇਂ ਉਵੇਂ ਇੰਨੀ ਚੜ੍ਹਦੀ ਕਲਾ ਆਏਗੀ ਕਿ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਹੋਈਆਂ ਭੁੱਲਾਂ ਜਮਾ ਕਰਨੀਆਂ। ਗੁਰੂ ਨਾਲ ਮਿਲ ਕੇ ਹੀ ਅਸੀਂ ਆਨੰਦਿਤ ਹੋ ਸਕਦੇ ਹਾਂ। ਇੱਕੋ ਇੱਕ ਤਰੀਕਾ ਹੈ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਬਸ ਆਹੀ ਇੱਕ ਤਰੀਕਾ ਹੈ। ਗੁਰੂ ਨੂੰ ਮਿਲ ਕੇ ਹੀ, ਗੁਰੂ ਦੇ ਗਿਆਨ ਅਨੁਸਾਰ ਜੀਵਨ ਨੂੰ ਜਿਉਂ ਕੇ ਹੀ ਸਾਡੀ ਜ਼ਿੰਦਗੀ ਵਿੱਚ ਆਨੰਦ ਆ ਸਕਦਾ ਹੈ। ਆਨੰਦ ਉਹ ਅਵਸਥਾ ਹੈ ਜਿੱਥੇ ਆਸ਼ਾਵਾਂ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਨੇ, ਵਿਕਾਰ ਖਤਮ ਹੋ ਜਾਂਦੇ ਨੇ, ਨਕਾਰਾਤਮਕ ਸੋਚ ਮੁੱਕ ਜਾਂਦੀ ਹੈ, ਵਿਵੇਕ ਬੁੱਧੀ ਪੈਦਾ ਹੋ ਜਾਂਦੀ ਹੈ, ਕਾਮਨ ਸੈਂਸ ਪੈਦਾ ਹੋ ਜਾਂਦੀ ਹੈ। ਠੀਕ ਕੀ ਹੈ, ਗਲਤ ਕੀ ਦੀ ਸਮਝ ਪੈ ਜਾਂਦੀ ਹੈ। ਧਰਮ ਕੀ ਹੈ, ਅਧਰਮ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ,
बुरा की है, भला की है, लाभ की है, हानि की है, आत्म की है, अनात्म की है, पाप की है, पुण्य की है। मनुख ठीक गलत करन दा निर्णय ਕਰਨ ਜੋਗਾ ਹੋ ਜਾਂਦਾ ਹੈ, ਸਹਿਜ ਦੀ ਅਵਸਥਾ ਆ ਜਾਂਦੀ ਹੈ, ਮਨ ਬਚ ਕਰਮ ਚ ਇਕਸਾਰਤਾ ਆ ਜਾਂਦੀ ਹੈ, ਚਾਰੋਂ ਤਰਫ ਪ੍ਰਭੂ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਨਜ਼ਰ ਆਉਂਦਾ ਹੈ, ਸਾਰਿਆਂ ਵਿੱਚ ਰੱਬ ਨਜ਼ਰ ਆਉਂਦਾ ਹੈ, ਛੋਟਿਆਂ ਨਾਲ ਪਿਆਰ, ਵੱਡਿਆਂ ਨਾਲ ਸਤਿਕਾਰ, ਸੁੱਖ ਦੁੱਖ ਵਿੱਚ ਸਮ। ਫਿਰ ਇੰਨਾ ਪ੍ਰੇਮ ਕਿ ਬਨਸਪਤੀ, ਪਸ਼ੂ ਪੰਛੀ, ਕੁਦਰਤ ਸਭ ਨਾਲ ਪਿਆਰ ਪੈਦਾ ਹੋ ਜਾਂਦਾ ਹੈ, ਖੁਸ਼ੀਆਂ ਨੇ, ਫਿਰ ਗਮ, ਚਿੰਤਾ, ਡਰ ਨਹੀਂ, ਚੜ੍ਹਦੀ ਕਲਾ ਹੈ, ਪੋਜ਼ਿਟਿਵਿਟੀ ਹੈ, ਆਨੰਦ ਹੈ, ਜੀਵਨ ਸੰਗੀਤਮਈ ਹੋ ਜਾਂਦਾ ਹੈ, ਸੰਸਾਰ ਗਾਂਦਾ ਪ੍ਰਤੀਤ ਹੁੰਦਾ ਹੈ। ਇਸ ਅਵਸਥਾ ਨੂੰ ਉਹ ਮਾਣ ਸਕਦਾ ਹੈ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਹੋਈਆਂ ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।